ਹੈਲੋ ਫਰੈਂਡਸ, ਵੈਲਕਮ ਟੂ ਔਨ ਮਾਈ YouTube ਚੈਨਲ। ਫਰੈਂਡਸ, ਅੱਜ ਅਸੀਂ ਮੋਸਟ ਇੰਪੋਰਟੈਂਟ ਜੋ ਪਾਰਟ 2 ਲੈ ਕੇ ਆਏ ਹਾਂ ਸੈਕਿੰਡ ਵਰਲਡ ਵਾਰ ਦਾ, ਜੋ ਆਪਾਂ ਇਫੈਕਟ ਵੀ ਕਰਾਂਗੇ, ਘਟਨਾਵਾਂ ਵੀ ਸਾਰੀਆਂ ਇਸ ਵੀਡੀਓ ਦੇ ਵਿੱਚ ਕਵਰ ਕਰਾਂਗੇ। ਜੇਕਰ ਅਜੇ ਤੱਕ ਚੈਨਲ 'ਤੇ ਨਵੇਂ ਹੋ, ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਇਸ ਦਾ ਪਾਰਟ 1 ਜ਼ਰੂਰ ਦੇਖਣਾ ਹੈ ਫਰੈਂਡਸ, ਤਾਂ ਜੋ ਤੁਸੀਂ ਸੈਕਿੰਡ ਪਾਰਟ ਨੂੰ ਚੰਗੀ ਤਰ੍ਹਾਂ ਅੰਡਰਸਟੈਂਡ ਕਰ ਸਕੋ, ਕਿਉਂਕਿ ਮੇਨ ਇੰਪੋਰਟੈਂਟ ਟੌਪਿਕ ਹੈ। ਠੀਕ ਹੈ, ਸਾਰੇ ਹੀ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਤੁਹਾਨੂੰ ਇਹ ਹੈਲਪ ਕਰੇਗਾ। ਸੋ ਸਟਾਰਟ ਕਰਦੇ ਹਾਂ, ਥੋੜ੍ਹਾ ਜਿਹਾ ਬੈਕਗਰਾਊਂਡ ਤੇ ਜਾਂਦੇ ਹਾਂ। ਜੋ ਜਰਮਨੀ ਸੀ ਉਸਨੇ ਕੀ ਕੀਤਾ, ਉਸਨੇ ਮੇਨ ਕਾਜ਼ਸ ਜੋ ਆਪਾਂ ਇਮੀਡੀਏਟ ਕਾਜ਼ ਕਹਿੰਦੇ ਆ, ਪੋਲੈਂਡ ਤੇ ਹਮਲਾ ਕੀਤਾ। ਠੀਕ ਹੈ, ਕਦੋਂ ਕੀਤਾ? 1 ਸਤੰਬਰ 1939 ਨੂੰ ਕੀਤਾ ਸੀ। ਠੀਕ ਹੈ, 1 ਸਤੰਬਰ 1939 ਨੂੰ ਕੀਤਾ ਸੀ, ਕਿਉਂਕਿ ਪੋਲੈਂਡ ਤੋਂ ਉਸਨੇ ਡੋਜ਼ਿੰਗ ਬੰਦਰਗਾਹ ਵੀ ਮੰਗੀ। ਪੋਲਿਸ ਗਲਿਆਰਾ ਨਾਂ ਦਾ ਜਗ੍ਹਾ ਵੀ, ਉੱਤੇ ਵੀ ਉਹਨੇ ਆਪਣਾ ਅਧਿਕਾਰ ਆਪਣਾ ਰੱਖਿਆ ਵੀ ਹਾਂ ਇਹ ਮੇਰੀ ਜਗ੍ਹਾ ਹੈ ਨਾ। ਤੇ ਪਰ ਉਹਨਾਂ ਨੇ, ਪੋਲੈਂਡ ਨੇ ਮੰਗ ਸਵੀਕਾਰ ਨਹੀਂ ਕੀਤੀ ਸੀ। ਤਾਂ ਉਸਨੇ ਕੀ ਕੀਤਾ, ਜਦੋਂ ਸਮੱਸਿਆ ਪੈਦਾ ਹੋ ਗਈ, ਜਰਮਨੀ ਨੇ ਹਮਲਾ ਕਰ ਦਿੱਤਾ ਪੋਲੈਂਡ ਤੇ। ਇਮੀਡੀਏਟ ਕਾਜ਼ ਦੇ ਵਿੱਚ ਇਹ ਆ ਜਾਂਦਾ। ਠੀਕ ਹੈ, ਤੇ ਉਸ ਤੋਂ ਬਾਅਦ ਕੀ ਹੁੰਦਾ ਹੈ, ਉਸ ਤੋਂ ਬਾਅਦ ਇੰਗਲੈਂਡ ਤੇ ਫਰਾਂਸ ਨੇ ਵੀ ਜਰਮਨੀ ਦੇ ਵਿਰੁੱਧ ਯੁੱਧ ਦੀ ਘੋਸ਼ਣਾ ਕਰ ਦਿੱਤੀ। ਕਦੋਂ ਕੀਤੀ? ਤਾਂ 3 ਸਤੰਬਰ ਨੂੰ। ਕਿਉਂ ਕੀਤੀ? ਕਿਉਂਕਿ ਫਰਾਂਸ ਤੇ ਜੋ ਇੰਗਲੈਂਡ ਸੀ ਉਸਨੇ ਪੋਲੈਂਡ ਨਾਲ ਸੰਧੀ ਕੀਤੀ ਸੀ ਕਿ ਜੇਕਰ ਤੇਰੇ ਨਾਲ ਜਰਮਨੀ ਆ ਕੇ ਕੋਈ ਵੀ ਕਿਸੇ ਤਰ੍ਹਾਂ ਦਾ ਟੱਕਰ ਲੈਂਦਾ ਹੈ, ਕੋਈ ਯੁੱਧ ਦੀ ਸਥਿਤੀ ਬਣਦੀ ਹੈ, ਤਾਂ ਅਸੀਂ ਤੈਨੂੰ ਸੈਨਿਕ ਸਹਾਇਤਾ ਦੇਵਾਂਗੇ। ਠੀਕ ਹੈ, ਸੋ ਇਸ ਤਰ੍ਹਾਂ 3 ਸਤੰਬਰ ਨੂੰ ਇੰਗਲੈਂਡ ਤੇ ਫਰਾਂਸ ਨੇ ਜਰਮਨੀ ਦੇ ਵਿਰੁੱਧ ਘੋਸ਼ਣਾ ਕਰ ਦਿੱਤੀ, ਤੇ ਉਸ ਤੋਂ 2 ਦਿਨ ਪਹਿਲਾਂ 1 ਸਤੰਬਰ ਨੂੰ ਪੋਲੈਂਡ ਤੇ ਜਰਮਨੀ ਨੇ ਹਮਲਾ ਕਰ ਦਿੱਤਾ। ਹੁਣ ਜਦੋਂ ਇਹ ਸਭ ਕੁਝ ਕੀਤਾ, ਥੋੜ੍ਹਾ ਟਾਈਮ ਤਾਂ ਇਹ ਫੂਨੀ ਵਾਰ ਰਹੀ। ਕੋਈ ਕਿਸੇ ਤਰ੍ਹਾਂ ਦੀ ਬੰਬਾਰੀ ਨਹੀਂ ਹੋਈ, ਕੋਈ ਕਿਸੇ ਤਰ੍ਹਾਂ ਦੀ, ਠੀਕ ਹੈ, ਕੋਈ ਕਿਸੇ ਤਰ੍ਹਾਂ ਦੀਆਂ ਲਾਸ਼ਾਂ ਨਹੀਂ ਵਿਛੀਆਂ, ਕੁਛ ਨਹੀਂ ਹੋਇਆ। ਤੇ ਇਹ ਸਮਾਂ ਕਿਹੜਾ ਸੀ? 1 ਸਤੰਬਰ 1939 ਤੋਂ 9 ਅਪ੍ਰੈਲ 1940 ਈਸਵੀ ਤੱਕ ਦਾ ਸਮਾਂ, ਜਿਹਨੂੰ ਆਪਾਂ ਨਕਲੀ ਯੁੱਧ ਦਾ ਜਾਂ ਫੂਨੀ ਵਾਰ ਦਾ ਟਾਈਮ ਕਹਿ ਦਿੰਦੇ ਹਾਂ। ਠੀਕ ਹੈ, ਇਸ ਦੇ ਵਿੱਚ ਕੋਈ ਵਾਸਤਵਿਕ ਯੁੱਧ ਨਹੀਂ ਹੋਇਆ। ਠੀਕ ਹੈ, ਸੋ ਹੁਣ ਆਪਾਂ ਕਰਦੇ ਹਾਂ ਮੇਨ ਘਟਨਾਵਾਂ ਕੀ ਹੁੰਦੀਆਂ ਹਨ ਉਸ ਦੇ ਵਿੱਚ। 9 ਅਪ੍ਰੈਲ 1940 ਨੂੰ ਜਰਮਨੀ ਨੇ ਨਾਰਵੇ ਤੇ ਡੈਨਮਾਰਕ ਤੇ ਹਮਲਾ ਕਰਕੇ ਉਸ ਤੇ ਅਧਿਕਾਰ ਕਰ ਲਿਆ। ਜੇਕਰ ਐਗਜ਼ਾਮ ਵਿੱਚ ਪੁੱਛਦੇ ਆ ਤੁਹਾਨੂੰ ਕਦੋਂ ਜੋ ਹੈ ਨਾਰਵੇ ਤੇ ਡੈਨਮਾਰਕ ਤੇ ਹਮਲਾ ਕਰਕੇ ਅਧਿਕਾਰ ਕੀਤਾ ਜਰਮਨੀ ਨੇ, ਤਾਂ 9 ਅਪ੍ਰੈਲ 1940 ਨੂੰ। ਠੀਕ ਹੈ, ਸੋ ਹਮਲਾ ਕਰਕੇ ਅਧਿਕਾਰ ਕਰ ਲਿਆ ਉਸਨੇ। ਜੂਨ 1940 ਤੱਕ ਜਰਮਨੀ ਨੇ, ਜੋ ਜਰਮਨੀ ਦੀ ਸੈਨਾ ਸੀ, ਉਸਨੇ ਬੈਲਜੀਅਮ ਤੇ ਹਾਲੈਂਡ ਤੇ ਫਿਰ ਫਰਾਂਸ ਤੇ ਵੀ ਉਸਨੇ ਜੋ ਹੈ ਆਪਣਾ ਅਧਿਕਾਰ ਕਰ ਲਿਆ। ਤੇ ਜੋ ਫਰਾਂਸ ਸੀ ਨਾ, ਉਸਨੇ ਮਜਬੂਰ ਹੋ ਕੇ ਆਤਮ ਸਮਰਪਣ ਕਰ ਦਿੱਤਾ। ਜਦੋਂ ਫਰਾਂਸ ਨੇ ਆਤਮ ਸਮਰਪਣ ਕਰ ਦਿੱਤਾ, ਠੀਕ ਹੈ, ਉਸ ਤੋਂ ਬਾਅਦ ਬਾਕੀ ਜਿਹੜੇ ਦੇਸ਼ ਸੀ ਨਾ, ਉਹਨਾਂ ਦੇ ਹੌਸਲੇ ਬਹੁਤ ਬੁਲੰਦ ਹੋ ਗਏ ਸੀ। ਠੀਕ ਹੈ, ਸੋ ਜਰਮਨੀ ਦਾ ਫਰਾਂਸ ਨੂੰ ਹਰਾਉਣਾ ਇੱਕ ਇਤਿਹਾਸਿਕ ਘਟਨਾ ਮਿਥੀ ਗਈ। ਇਸ ਤੋਂ ਹੀ ਪ੍ਰਭਾਵਿਤ ਹੋ ਕੇ ਫਿਰ ਇਟਲੀ ਨੇ 10 ਜੂਨ 1940 ਨੂੰ ਮਿੱਤਰ ਦੇਸ਼ਾਂ ਦੇ ਵਿਰੁੱਧ ਘੋਸ਼ਣਾ ਕਰ ਦਿੱਤੀ, ਕਿਉਂਕਿ ਜੋ ਇਟਲੀ ਸੀ ਨਾ ਉਹ ਧੁਰੀ ਦੇਸ਼ਾਂ ਵੱਲ ਸੀ। ਠੀਕ ਹੈ, ਜਦੋਂ ਫਰਾਂਸ ਹਾਰ ਗਿਆ ਜਰਮਨੀ ਤੋਂ, ਤਾਂ ਇਟਲੀ ਨੂੰ ਹੋ ਗਿਆ ਵੀ ਜਰਮਨੀ ਨੇ ਤਾਂ ਫਰਾਂਸ ਨੂੰ ਵੀ ਹਰਾ ਦਿੱਤਾ। ਠੀਕ ਹੈ, ਸੋ ਉਸ ਦੇ ਅੰਦਰ ਵੀ ਤਾਂ ਕੋਈ ਨਾ ਕੋਈ ਜਿੱਤ ਪ੍ਰਾਪਤ ਕਰਨ ਦੀ, ਅੱਗੇ ਵਧਣ ਦੀ ਉਸਦੇ ਵਿੱਚ ਭਾਵਨਾ ਆ ਗਈ, ਤੇ ਉਸਨੇ ਵੀ ਫਿਰ ਯੁੱਧ ਦੀ ਘੋਸ਼ਣਾ ਕਰ ਦਿੱਤੀ। ਕਦੋਂ ਕਰ ਦਿੱਤੀ? 10 ਜੂਨ 1940 ਨੂੰ ਮਿੱਤਰ ਦੇਸ਼ਾਂ ਦੇ ਵਿਰੁੱਧ। ਠੀਕ ਹੈ, ਸੋ ਇਸ ਤੋਂ ਬਾਅਦ ਕੀ? ਇਸ ਤੋਂ ਬਾਅਦ ਫਿਰ ਜਰਮਨੀ ਆਪਣਾ ਵਿਸਥਾਰ ਕਰਦਾ ਹੈ। ਜਰਮਨੀ ਦੀ ਫਰਾਂਸ ਦੇ ਨਾਲ ਤਾਂ ਉਸਦਾ ਟੱਕਰ ਹੋਈ, ਫਰਾਂਸ ਨੇ ਆਤਮ ਸਮਰਪਣ ਕਰ ਦਿੱਤਾ, ਜਰਮਨੀ ਦੇ ਹੌਸਲੇ ਵੱਧ ਗਏ। ਇਟਲੀ ਨੇ ਅੱਗੇ ਫਿਰ ਮਿੱਤਰ ਦੇਸ਼ਾਂ ਦੇ ਅਗੇਂਸਟ ਉਸਨੇ ਯੁੱਧ ਦੀ ਘੋਸ਼ਣਾ ਕਰ ਦਿੱਤੀ। ਹੁਣ ਜਰਮਨੀ ਨੇ ਕੀ ਕਰਨਾ ਹੈ? ਜਰਮਨੀ ਨੇ ਆਪਣਾ ਵਿਸਥਾਰ ਕਰਨਾ ਹੈ। ਠੀਕ ਹੈ, ਹੁਣ ਫਰਾਂਸ ਤੋਂ ਬਾਅਦ ਵਾਰੀ ਕਿਸ ਦੀ ਆਉਂਦੀ ਹੈ? ਫਰਾਂਸ ਤੋਂ ਬਾਅਦ ਵਾਰੀ ਆਈ ਇੰਗਲੈਂਡ ਦੀ। ਠੀਕ ਹੈ, ਸੋ ਇੰਗਲੈਂਡ ਦੀ ਵਾਰੀ ਆਈ। ਇੰਗਲੈਂਡ ਦੇ ਵਿੱਚ ਕੀ ਹੁੰਦਾ ਹੈ ਕਿ 16 ਸਤੰਬਰ, ਠੀਕ ਹੈ, 16 ਸਤੰਬਰ 1940, 16 ਸਤੰਬਰ 1940 ਨੂੰ ਇੰਗਲੈਂਡ ਦੀ ਸੈਨਾ ਨੇ ਜਰਮਨੀ ਦੇ 185 ਜਹਾਜ਼ਾਂ ਨੂੰ ਨਸ਼ਟ ਕਰ ਦਿੱਤਾ। ਠੀਕ ਹੈ, ਜਦੋਂ ਜਰਮਨੀ ਜੋ ਹੈ ਇੰਗਲੈਂਡ ਦੇ ਵੱਲ ਵਧਿਆ, ਠੀਕ ਹੈ, ਤਾਂ ਇੰਗਲੈਂਡ ਨੇ ਆਪਣੀ ਪੂਰੀ ਵਾਹ ਲਗਾ ਦਿੱਤੀ, ਪੂਰੀ ਤਾਕਤ ਲਗਾ ਦਿੱਤੀ ਕਿ ਜਰਮਨੀ ਦੀ ਜੋ ਯੋਜਨਾ ਉਸਨੂੰ ਬਰਬਾਦ ਕਰਨ ਦੀ ਬਣੀ ਹੋਈ ਹੈ, ਉਸਨੂੰ ਕਿਸੇ ਤਰ੍ਹਾਂ ਫੇਲ ਕੀਤਾ ਜਾਵੇ। ਤਾਂ ਇੰਗਲੈਂਡ ਨੇ 16 ਸਤੰਬਰ 1940 ਨੂੰ ਜਰਮਨੀ ਦੇ, ਠੀਕ ਹੈ, ਕਈ ਜਹਾਜ਼ਾਂ ਨੂੰ ਨਸ਼ਟ ਕਰ ਦਿੱਤਾ। ਤੇ ਮਜਬੂਰ ਹੋ ਕੇ ਜਰਮਨੀ ਨੇ ਕੀ ਕੀਤਾ ਕਿ ਕਿਸੇ ਨਾ ਕਿਸੇ ਤਰ੍ਹਾਂ ਮੈਨੂੰ ਆਪਣੀ ਜੋ ਯੁੱਧ ਦੀ ਪ੍ਰਣਾਲੀ ਹੈ ਉਸਨੂੰ ਬਦਲਣਾ ਚਾਹੀਦਾ ਹੈ। ਠੀਕ ਹੈ, ਉਸਨੇ ਫਿਰ ਰਾਤ ਨੂੰ ਬੰਬਾਰੀ ਕਰਨੀ ਸ਼ੁਰੂ ਕਰ ਦਿੱਤੀ। ਠੀਕ ਹੈ, ਹਮਲੇ ਕੀਤੇ ਰਾਤ ਨੂੰ, ਨਵੰਬਰ 1940 ਨੂੰ, ਨਵੰਬਰ 1940 ਤੱਕ ਦੀ ਰਾਤ ਨੂੰ ਫਿਰ ਜੋ ਜਰਮਨੀ ਸੀ ਨਾ, ਉਹ ਰਾਤ ਤੱਕ ਜੋ ਹੈ ਹਮਲੇ ਕਰਦਾ ਰਿਹਾ ਇੰਗਲੈਂਡ ਤੇ। ਠੀਕ ਹੈ, ਹੁਣ ਜਰਮਨੀ ਦੀ ਪ੍ਰਗਤੀ ਤੇ ਰੋਕ ਤਾਂ ਲੱਗਣੀ ਸੀ, ਕਿਉਂਕਿ ਇੰਗਲੈਂਡ ਤੇ ਹਵਾਈ ਹਮਲਾ ਕਰਕੇ ਉਸਨੂੰ
बर्बाद करन दी योजना बनी सी जर्मनी दी, पर इंग्लैंड नूं वो बर्बाद नहीं कर सकिया। इंग्लैंड झुकिया ही नहीं जर्मनी दे अगे, ठीक है। जर्मनी नूं की मिली, असफलता मिली, वो अधिकार जमा नहीं सकिया, ठीक है। सो ये सी इंग्लैंड दे नाल जो जर्मनी ने पंगा लैना शुरू किया, ठीक है, पर उन्होंने असफलता मिली, वो सफल नहीं हो सकिया। उस तो बाद की हुंदा है जून 1941 दे विच जर्मनी ने सोवियत संघ ते हमला किया, ठीक है। सोवियत संघ ते हमला किया ते एक वड्डा खेतर अधिकार विच अपने ले लिया, ठीक है। पर सोवियत संघ जिहड़ा सी ना, उसने मास्को दे वल जर्मन सेना नूं अगे वधन तो रोक लिया ते उसनूं वापस जाण ते मजबूर कर दिता। हुण इंग्लैंड लई भी जो सी जर्मनी वो सफलता प्राप्त हुई उसनूं, ठीक है। उस दे विच भी उसदी योजना सफल नहीं हुई, इस विच भी उसनूं जो है पिछे होण लई उसनूं जो सी सोवियत संघ ने जो सी मजबूर कर दिता, ठीक है। हुण इत्थों जर्मनी जो सी उसनूं थोड़ा जिहा तां फील हुंदा सी भी किते ना किते उसदी योजना फेल हो रही है, ठीक है। सो इत्थों ही साडे जो सैकेंड वर्ल्ड वॉर दा युद्ध होया, इत्थों ही उसदा विस्तार शुरू हुंदा है। असल दे विच इसदा विस्तार इत्थों हुंदा है, ठीक है। सो जो जापान सी उस तो बाद, ठीक है, उसने पर्ल हार्बर दे अमरीकी नौ सैनिक अड्डे ते आक्रमण कर दिता। प्रशांत महासागर दे विच आउंदा है, ठीक है। ये जो आपां गल करदे हां जो जापान दा जो सी, ठीक है, इलाका पर्ल हार्बर दा प्रशांत महासागर दे विच, ठीक है। 8 सितंबर 1941 नूं अमरीका इस युद्ध विच शामिल हो जाता है इस दे विच, ठीक है। जदों जापान जिहड़ा सी, हुण आपां गल करदे हां ना, एक पासे जर्मनी है, एक पासे इटली है, एक पासे जापान है। हुण जर्मनी दा विस्तार तां रुक गया, ठीक है। हुण जापान दी वारी आउंदी है। जापान जो है वो की करदा है कि पर्ल हार्बर दे जो अमरीका दा नौसैनिक अड्डा सी उस ते उसने आक्रमण कर दिता प्रशांत महासागर दे विच। हुण जदों अमरीका दे नौसैनिक अड्डे ते आक्रमण होया तां अमरीका युद्ध विच शामिल हो गया। सो पेपर विच पुछ सकदे अमरीका कदों शामिल होया, तां 8 सितंबर 1941 ईस्वी नूं, ठीक है। सो जो जापानी सी ना, वो जल्दी ही वर्मा, इंडोनेशिया, सिंगापुर, थाईलैंड दे अधिकार उन्होंने कर लिया, ठीक है। भारत ते भी जापानी जो आक्रमण सी ना उसका खतरा मंडराउण लगा। सो टोटली इस तों आपां की अंदाजा लगा सकते कि जापान हुण अपणियां जित्तां जो सी उस दे वल वधन लगा सी भी किसी ना किसी तरह मैं अपना अधिकार वध तो वध करां, ठीक है। सो भारत ते भी जापानी आक्रमण दा जो हमला सी ना, जो खतरा सी, वो मंडराउण लग गया सी। हुण अगे की हुंदा है, अगे मास्को वाल जर्मन सेना वध रही सी, ठीक है। रोकण ते जर्मनी ने सोवियत संघ दे दक्षिणी भाग ते आक्रमण कर दिता, ठीक है। एक पासे तां जर्मनी सेना मास्को वाल जो सी वध रही सी, ठीक है। फिर जो उसनूं रोकण ते सोवियत संघ दे दक्षिणी भाग ते भी उसने आक्रमण कर दिता, ठीक है। सितंबर 1942 नूं जर्मन सेना ने स्टालिनग्राद तक पहुँच गई सी। स्टालिनग्राद वो इलाका सी जिथों जर्मनी की हार की प्रक्रिया आरंभी मन्नी जाती है, ठीक है। ये युद्ध होया सी स्टालिनग्राद दा, जिस दे विच जर्मनी की हार हुई सी ते कहा जाता है कि इत्थों ही जर्मनी की हार की प्रक्रिया आरंभ हो जाती है, ठीक है। सो जर्मनी मास्को वाल जर्मनी सेना वधी, ठीक है, उथों रोकया गया। फिर सोवियत संघ के दक्षिणी भाग ते आक्रमण कर दिता, ठीक है। सितंबर 1942 नूं स्टालिनग्राद तक पहुंची, उथों उसनूं हार मिल गई, ठीक है। सो इत्थों जर्मनी सी जो वो हार दा सामना देख थोड़ा नियंत्रण दे विच आ जांदा है, ठीक है। सो नैक्सट की हुंदा है, सोवियत संघ ने चैकोस्लोवाकिया, रोमानिया जो जर्मनी के नियंत्रण में सी पहला, ठीक है, उन्हां ते अपना अधिकार जमा लिया। हुण जो सोवियत संघ सी उसने जर्मनी तो जो सी चैकोस्लोवाकिया, रोमानिया जो उहदे नियंत्रण में सी उन्हां ते अपना अधिकार कर लिया। सोवियत संघ ने जर्मनी विरुद्ध दूसरा मोर्चा फ्रांस दे नाल मंडी दे विच खोल दिता। हुण जदों जर्मनी के अधिकार दे जो खेतर सी सोवियत संघ ने अपने अधिकार दे विच लै लए, तो जो जर्मनी सी उसने सोवियत संघ के विरुद्ध दूसरा मोर्चा खोलिया फ्रांस दे नाल मंडी दे विच, ठीक है। इस नाल जर्मनी सेना नूं 2 मोर्चियां ते जो सी लड़ना पिया सी, ठीक है। हुण एक पासे तां मास्को वाल जर्मनी सेना उसने भेज दिती है, ठीक है। स्टालिनग्राद दे विच उसदी हार हो गई है, ठीक है। हुण अगे इत्थे जो है अधिकार खेतर दे विच रूस जो है अपना, ठीक है, अपना अधिकार जमाई जांदा है। हुण किते ना किते जर्मनी दी जो सेना है ना 2 पासियां वाल किते ना किते वो
फस के रह गई, ठीक है। मोर्चों ते कदी उधर नूं मोर्चा खोल दिंदा सी जर्मनी दे विच, ठीक है, सेना उधर भेजदी। सो किसी ना किसी तरह इन्हां दी जर्मनी दी जो शक्ति सी ना वो कमज़ोर हो गई लड़दियां, ठीक है। सो इस तरह जर्मनी जो सी ਉਹਦੀ ਤਾਂ ਇੱਥੇ ਕੁ ਬੱਸ ਹੋ ਜਾਂਦੀ ਹੈ, ਠੀਕ ਹੈ। ਸਟਾਲਿਨਗਰਾਦ ਦੇ ਜੋ ਯੁੱਧ ਹੋਇਆ, ਠੀਕ ਹੈ, ਉੱਥੇ ਉਸਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਅੱਗੇ ਵੀ ਉਸਨੇ ਜੋ ਮੋਰਚੇ ਕੀਤੇ, ਠੀਕ ਹੈ, ਜੋ ਸੋਵੀਅਤ ਸੰਘ ਦੇ ਨਾਲ ਜੋ ਸੀ ਇੱਥੇ ਖੋਲ੍ਹਿਆ ਮੋਰਚਾ, ਠੀਕ ਹੈ, ਫਰਾਂਸ ਦੇ ਨਾਲ ਮੰਡੀ ਦੇ ਵਿੱਚ, ਉੱਥੇ ਵੀ ਉਸਨੂੰ ਜੋ ਸੀ ਲੜਨਾ ਪਿਆ, ਪਰ ਕੋਈ ਵੀ ਉਹਨਾਂ ਦੀ ਸ਼ਕਤੀ ਜੋ ਸੀ ਮਜ਼ਬੂਤ ਨਹੀਂ ਹੋਈ, ਸਗੋਂ ਹੋਰ ਵੀ ਜ਼ਿਆਦਾ ਕਮਜ਼ੋਰ ਹੋ ਗਈ। ਹੁਣ ਇੱਥੋਂ ਕੀ ਹੁੰਦਾ ਹੈ, ਆਪਾਂ ਗੱਲ ਕੀਤੀ ਕਿ ਜਦੋਂ ਅਮਰੀਕਾ ਦੇ ਉੱਤੇ ਜਾਪਾਨ ਨੇ ਜੋ ਸੀ ਹਮਲਾ ਕਰ ਦਿੱਤਾ, ਅਮਰੀਕਾ ਯੁੱਧ ਵਿੱਚ ਸ਼ਾਮਲ ਹੋ ਗਿਆ। ਹੁਣ ਅਮਰੀਕਾ ਕਿੰਨੀ ਜ਼ਿਆਦਾ ਸੁਪਰ ਪਾਵਰ ਹੈ, ਠੀਕ ਹੈ। ਅਮਰੀਕਾ ਕੋਲ ਆਪਾਂ ਮੰਨਦੇ ਹਾਂ ਬਹੁਤ ਜ਼ਿਆਦਾ ਸ਼ਕਤੀ ਹੈ, ਠੀਕ ਹੈ। ਸੋ ਅਮਰੀਕਾ ਯੁੱਧ ਵਿੱਚ ਜਦੋਂ ਸ਼ਾਮਲ ਹੋ ਗਿਆ, ਜਿਹੜੇ ਧੁਰੀ ਰਾਸ਼ਟਰ ਸੀ ਉਹ ਤਾਂ ਓਬਵੀਅਸਲੀ ਥੋੜ੍ਹੀ ਉਹਨਾਂ ਦੀ ਸ਼ਕਤੀ ਜੋ ਸੀ ਕਮਜ਼ੋਰ ਹੋਣੀ ਸ਼ੁਰੂ ਹੋ ਗਈ, ਠੀਕ ਹੈ। ਸੋ ਅਮਰੀਕਾ ਯੁੱਧ ਵਿੱਚ ਸ਼ਾਮਲ ਹੋਇਆ, ਧੁਰੀ ਰਾਸ਼ਟਰ ਜਦੋਂ ਹੀ ਅਮਰੀਕਾ ਯੁੱਧ ਵਿੱਚ ਸ਼ਾਮਲ ਹੋ ਗਿਆ, ਜਰਮਨੀ ਨੂੰ ਕੋਈ ਚੰਗੀ ਤਰ੍ਹਾਂ ਜਿੱਤ ਨਹੀਂ ਮਿਲੀ, ਠੀਕ ਹੈ। ਉਸਨੂੰ ਹਾਰ ਦਾ ਜੋ ਸੀ ਸਟਾਲਿਨਗਰਾਦ ਤੋਂ ਹਾਰ ਦਾ ਸਾਹਮਣਾ ਕਰਨਾ ਪੈਣਾ ਸ਼ੁਰੂ ਹੋ ਗਿਆ, ਠੀਕ ਹੈ। ਸੋ ਅਮਰੀਕਾ ਯੁੱਧ ਵਿੱਚ ਸ਼ਾਮਲ ਹੋਇਆ ਤੇ ਧੁਰੀ ਰਾਸ਼ਟਰ ਜੋ ਸੀ ਉਹ ਕਮਜ਼ੋਰ ਹੁੰਦੇ ਚਲੇ ਗਏ, ਠੀਕ ਹੈ। ਹੁਣ ਯੁੱਧ ਦਾ ਆਪਾਂ ਕਰਾਂਗੇ ਅੰਤ, ਯੁੱਧ ਦਾ ਅੰਤ ਕਿਵੇਂ ਹੋਇਆ, ਠੀਕ ਹੈ। ਹੁਣ ਆਪਾਂ ਯੁੱਧ ਦਾ ਅੰਤ ਦੇਖਾਂਗੇ। 1944 ਈਸਵੀ ਦੇ ਵਿੱਚ ਇਟਲੀ ਹਾਰ ਗਿਆ, ਠੀਕ ਹੈ, ਉਸਨੇ ਆਤਮ ਸਮਰਪਣ ਕਰ ਦਿੱਤਾ, ਠੀਕ ਹੈ, ਇਟਲੀ ਨੇ। ਤੇ ਜਰਮਨ ਸ਼ਕਤੀ ਨੂੰ ਧੱਕਾ ਲੱਗਾ ਕਿਉਂਕਿ ਜਰਮਨ, ਇਟਲੀ ਤੇ ਜਾਪਾਨ ਇਹ ਸੀ ਸਾਡੇ ਧੁਰੀ ਰਾਸ਼ਟਰ। ਹੁਣ ਜਰਮਨੀ ਦੀ ਇੱਥੇ ਸ਼ਕਤੀ ਕਮਜ਼ੋਰ ਹੋ ਗਈ, ਠੀਕ ਹੈ। ਇਟਲੀ 1944 ਵਿੱਚ ਹਾਰ ਗਿਆ, ਉਸਨੇ ਆਤਮ ਸਮਰਪਣ ਕਰ ਦਿੱਤਾ, ਠੀਕ ਹੈ। ਉਸ ਤੋਂ ਬਾਅਦ ਜਰਮਨ ਸ਼ਕਤੀ ਨੂੰ ਧੱਕਾ ਲੱਗਾ। ਸਟਾਲਿਨਗਰਾਦ ਯੁੱਧ ਵਿੱਚ ਜਰਮਨੀ ਵੀ ਹਾਰ ਗਿਆ ਸੀ। ਸੋਵੀਅਤ ਸੈਨਾ ਅੱਗੇ ਵੱਧਦੀ ਹੋਈ ਬਰਲਿਨ ਜਰਮਨੀ ਤੱਕ ਪਹੁੰਚ ਗਈ। ਮਜਬੂਰ ਹੋ ਕੇ ਜੋ ਹਿਟਲਰ ਸੀ ਜਰਮਨੀ ਦਾ, ਉਸਨੇ ਵੀ ਕੀ ਕੀਤਾ, ਆਤਮ ਸਮਰਪਣ ਕਰ ਦਿੱਤਾ, ਠੀਕ ਹੈ। ਹੁਣ ਧੁਰੀ ਰਾਸ਼ਟਰ ਆਪਾਂ ਕੀਤੇ ਇਟਲੀ ਤੇ ਜਰਮਨੀ, ਠੀਕ ਹੈ। ਇਹਨਾਂ ਦੋਨਾਂ ਦੀ ਤਾਂ ਹੋ ਗਈ ਬਸ, ਠੀਕ ਹੈ, ਜਰਮਨੀ ਦੀ ਤੇ ਇਟਲੀ ਦੀ। ਹੁਣ ਰਹਿ ਗਿਆ ਜਾਪਾਨ। ਹੁਣ ਜਾਪਾਨ ਦੇ ਨਾਲ ਐਂਡ ਤੇ ਅਮਰੀਕਾ ਦੇ ਨਾਲ ਪੰਗਾ ਪੈਣਾ ਹੈ, ਉਸ ਦੇ ਨਾਲ ਉਸਦਾ ਯੁੱਧ ਹੋਣਾ ਹੈ। ਸੋ ਆਪਾਂ ਗੱਲ ਕਰਾਂਗੇ ਹੁਣ ਜਾਪਾਨ ਦੀ। ਜਾਪਾਨ ਦੇ ਨਾਲ ਕੀ ਹੁੰਦਾ ਹੈ, ਜਾਪਾਨ ਨੂੰ ਹੁਣ ਕਿਤੇ ਨਾ ਕਿਤੇ ਅਮਰੀਕਾ ਜੋ ਸੁਪਰ ਪਾਵਰ ਸੀ ਨਾ ਉਸਨੇ ਰੋਕਣਾ ਸੀ, ਠੀਕ ਹੈ। ਸੋ ਉਸ ਦੇ ਨਾਲ ਕੀ ਹੁੰਦਾ ਹੈ, ਜਾਪਾਨ ਵਰਸਸ ਅਮਰੀਕਾ ਦੀ ਗੱਲ ਕਰੀਏ ਤਾਂ ਅਮਰੀਕਾ ਨੇ ਜਾਪਾਨ ਨੂੰ ਚੇਤਾਵਨੀ ਦਿੱਤੀ ਕਿ ਉਹ ਜੋ ਹੈ ਨਾ ਉਹ ਕਿਸੇ ਨਾ ਕਿਸੇ ਤਰ੍ਹਾਂ ਜੋ ਸੀ ਨਾ ਪ੍ਰਸ਼ਾਂਤ ਮਹਾਸਾਗਰ ਜੋ ਸੀ ਨਾ, ਜਿਸ ਦੀ ਆਪਾਂ ਗੱਲ ਕੀਤੀ ਇੱਥੇ, ਪ੍ਰਸ਼ਾਂਤ ਮਹਾਸਾਗਰ ਦੇ ਵਿੱਚ ਉਸਨੇ ਜੋ ਸੀ ਪਰਲ ਹਾਰਬਰ 'ਤੇ ਅਮਰੀਕਾ ਨੌਸੈਨਿਕ ਅੱਡੇ 'ਤੇ ਆਕਰਮਣ ਕੀਤਾ ਸੀ ਨਾ ਜਾਪਾਨ ਨੇ ਪ੍ਰਸ਼ਾਂਤ ਮਹਾਸਾਗਰ ਦੇ ਵਿੱਚ। ਸੋ ਅਮਰੀਕਾ ਨੇ ਉਸ ਨੂੰ ਚੇਤਾਵਨੀ ਦਿੱਤੀ ਕਿ ਪ੍ਰਸ਼ਾਂਤ ਮਹਾਸਾਗਰ ਦੀ ਸ਼ਾਂਤੀ ਨੂੰ ਖਤਰੇ ਵਿੱਚ ਪਾਉਣ ਦੇ ਉਹ ਯਤਨ ਨਾ ਕਰੇ, ਠੀਕ ਹੈ। ਜਾਪਾਨ ਕਿਸੇ ਵੀ ਤਰ੍ਹਾਂ ਜੋ ਜਾਪਾਨ ਜੋ ਹੈ ਸ਼ਾਂਤੀ ਭੰਗ ਨਾ ਕਰੇ, ਜੋ ਸਾਡੇ ਪ੍ਰਸ਼ਾਂਤ ਮਹਾਸਾਗਰ ਦੀ ਸ਼ਾਂਤੀ ਉਹਨੂੰ ਖਤਰੇ ਵਿੱਚ ਨਾ ਪਾਵੇ। ਪਰ ਜਾਪਾਨ ਨੇ ਉਹਨਾਂ ਦੀ ਚੇਤਾਵਨੀ ਦੀ ਕੋਈ ਵੀ ਪਰਵਾਹ ਨਹੀਂ ਕੀਤੀ, ਠੀਕ ਹੈ। ਸੋ ਕਹਿ ਲਓ ਵੀ ਕਿਸੇ ਨਾ ਕਿਸੇ ਤਰ੍ਹਾਂ ਉਹਨੂੰ ਕਿਹਾ ਗਿਆ ਵੀ ਰੁਕ ਜਾ, ਆਪਣੀ ਸ਼ਕਤੀ ਨਾ ਵਧਾ, ਇੱਦਾਂ ਨਾ ਕਰ, ਪਰ ਜਾਪਾਨ ਨਹੀਂ ਰੁਕਿਆ। ਤੇ ਫਿਰ ਅੱਕ ਕੇ ਅਮਰੀਕਾ ਦੇ ਕੋਲ ਤਾਂ ਪਹਿਲੀ ਸੁਪਰ ਪਾਵਰ ਹੈ, ਠੀਕ ਹੈ, ਅਮਰੀਕਾ ਕੋਲ ਕਿੰਨੀਆਂ ਸ਼ਕਤੀਆਂ, ਤੇ ਅਮਰੀਕਾ ਨੇ ਫਿਰ ਕੀ ਕੀਤਾ, 9 ਅਗਸਤ 1945 ਨੂੰ ਅਮਰੀਕਾ ਨੇ ਜਾਪਾਨ ਦੇ ਹੀਰੋਸ਼ੀਮਾ ਤੇ ਨਾਗਾਸਾਕੀ ਇਹ ਜੋ ਸ਼ਹਿਰ ਸੀ ਇਹਨਾਂ 'ਤੇ ਕੀ ਕੀਤਾ, ਪਰਮਾਣੂ ਬੰਬ ਸਿੱਟ ਦਿੱਤੇ, ਉਹਨਾਂ ਨੂੰ ਪੂਰੀ ਤਰ੍ਹਾਂ ਨਾਲ ਨਸ਼ਟ ਕਰ ਦਿੱਤਾ, ਠੀਕ ਹੈ। ਜੋ ਇਹ ਸ਼ਹਿਰ ਸੀ ਨਾ ਇਹਨਾਂ 'ਤੇ ਬੰਬ ਸਿੱਟ ਕੇ ਅਮਰੀਕਾ ਨੇ ਇਹਨਾਂ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ। ਲੱਖਾਂ ਸੰਖਿਆ ਦੇ ਵਿੱਚ ਨਿਰਦੋਸ਼ ਮਰੇ। ਮਜਬੂਰ ਹੋ ਕੇ ਜਾਪਾਨ ਜੋ ਸੀ ਨਾ ਉਸਨੇ 14 ਅਗਸਤ 1945 ਈਸਵੀ ਨੂੰ ਜੋ ਸੀ ਆਪਣਾ ਆਤਮ ਸਮਰਪਣ ਕਰ ਦਿੱਤਾ, ਹਾਰ ਮੰਨ ਲਈ। ਇਸ ਦੇ ਨਾਲ ਹੀ ਫਿਰ ਜੋ ਸੀ ਸੈਕਿੰਡ ਵਰਲਡ ਵਾਰ ਜੋ ਸੀ ਨਾ ਉਹ ਖਤਮ ਹੋ ਗਈ। ਸੋ ਅਸੀਂ ਦੇਖਿਆ ਜਰਮਨੀ ਵੀ ਹਾਰ ਮੰਨ ਗਿਆ, ਇਟਲੀ ਵੀ ਹਾਰ ਮੰਨ ਗਿਆ ਤੇ ਅੰਤ ਵਿੱਚ ਜਾਪਾਨ ਤੇ ਬੰਬ ਸਿੱਟੇ ਗਏ, ਠੀਕ ਹੈ। ਤਾਂ ਉਹਦਾ ਵੀ ਜੋ ਸੀ ਅੰਤ ਹੋ ਗਿਆ, ਠੀਕ ਹੈ, ਉਹਨੇ ਵੀ ਹਾਰ ਮੰਨ ਲਈ, ਠੀਕ ਹੈ। ਸੋ ਧੁਰੀ ਰਾਸ਼ਟਰ ਖਤਮ ਹੋ ਗਏ। ਜਿੱਤ ਇਸ ਦੇ ਵਿੱਚ ਕਿਸ ਦੀ ਹੋਈ, ਮਿੱਤਰ ਰਾਸ਼ਟਰਾਂ ਦੀ, ਠੀਕ ਹੈ। ਸੋ ਇਸ ਤਰ੍ਹਾਂ ਧੁਰੀ ਰਾਸ਼ਟਰ ਐਂਡ ਤੇ ਹਾਰ ਗਏ ਤੇ ਮਿੱਤਰ ਰਾਸ਼ਟਰਾਂ ਦੀ ਜਿੱਤ ਹੋ ਗਈ। ਹੁਣ ਆਪਾਂ ਕਰਾਂਗੇ ਯੁੱਧ ਦੇ ਪ੍ਰਭਾਵ। ਮੇਨ ਇੰਪੋਰਟੈਂਟ ਆਪਾਂ ਕਰਾਂਗੇ ਯੁੱਧ ਦੇ ਪ੍ਰਭਾਵ ਕੀ ਹੋਏ, ਬਹੁਤ ਇੰਪੋਰਟੈਂਟ ਵੇ ਦੇ ਨਾਲ
ਜਦੋਂ ਅਸੀਂ ਟੌਪਿਕ ਕਰਦੇ ਹਾਂ ਨਾ ਕੋਈ ਵੀ, ਤਾਂ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਕਿ ਉਸ ਟੌਪਿਕ ਨੂੰ ਕੋਈ ਵੀ ਦੇਖੇ, ਠੀਕ ਹੈ, ਕੋਈ ਵੀ ਚਾਹੇ ਕੋਈ ਕਿਸੇ ਦੇ ਸਿਲੇਬਸ ਦੇ ਵਿੱਚ ਟੌਪਿਕ ਹੈ ਤਾਂ ਉਸਨੂੰ ਪੂਰੀ ਤਰ੍ਹਾਂ ਸਮਝੇ, ਠੀਕ ਹੈ। ਜਦੋਂ ਆਪਾਂ ਪੂਰੀ ਤਰ੍ਹਾਂ ਸਮਝ ਲੈਂਦੇ ਉਸ ਕੰਸੈਪਟ ਦੀ ਇੱਕ ਅੰਡਰਸਟੈਂਡਿੰਗ ਬਣ ਜਾਂਦੀ ਹੈ, ਠੀਕ ਹੈ। ਸੋ ਕੋਈ ਵੀ ਟੌਪਿਕ ਕਰਦੇ ਹਾਂ ਉਸ ਦੇ ਕਾਰਨ, ਉਸ ਦੇ ਪ੍ਰਭਾਵ ਕਰਨੇ ਮੇਨ ਇੰਪੋਰਟੈਂਟ ਹੁੰਦੇ ਹਨ, ਠੀਕ ਹੈ। ਸੋ ਅਸੀਂ ਉਸ ਦੇ ਪ੍ਰਭਾਵ ਵੀ ਚੰਗੀ ਤਰ੍ਹਾਂ ਅੰਡਰਸਟੈਂਡ ਕਰਨੇ ਹਨ। ਸਭ ਤੋਂ ਪਹਿਲਾਂ ਮੇਨ ਪ੍ਰਭਾਵ ਕੀ ਪਿਆ, ਜਨ ਧਨ ਦੀ ਹਾਨੀ। ਅਸੀਂ ਜਾਣਦੇ ਹਾਂ ਕਿ ਇੰਨਾ ਜੋ ਸੀ 6 ਸਾਲਾਂ ਤੱਕ ਇਹ ਯੁੱਧ ਚੱਲਿਆ, ਠੀਕ ਹੈ। 6 ਸਾਲਾਂ ਤੱਕ ਯੁੱਧ ਚੱਲਿਆ, ਇਸ ਦੇ ਵਿੱਚ ਕਿੰਨੇ ਦੇਸ਼ਾਂ ਨੇ ਭਾਗ ਲਿਆ, ਠੀਕ ਹੈ। ਸੋ ਇਸ ਦੇ ਵਿੱਚ ਜਨ ਦੀ ਵੀ ਜੋ ਸੀ ਲੋਕਾਂ ਦੀ ਵੀ ਕਾਫੀ ਲਾਸ਼ਾਂ ਵਿਛੀਆਂ, ਧਨ ਦੀ ਵੀ ਹਾਨੀ ਹੋਈ, ਠੀਕ ਹੈ। ਸੋ ਮੇਨ ਆਪਾਂ ਜੋ ਸੀ ਅੰਕੜੇ ਕਰਦੇ ਹਾਂ, 5 ਕਰੋੜ ਲੋਕ ਮਰੇ। ਸਭ ਤੋਂ ਜ਼ਿਆਦਾ ਸੋਵੀਅਤ ਸੰਘ ਰੂਸ ਦੇ ਮਰੇ, ਬੇਘਰ ਹੋਏ ਲੋਕ, ਠੀਕ ਹੈ। ਹੀਰੋਸ਼ੀਮਾ ਤੇ ਨਾਗਾਸਾਕੀ ਜੋ ਸ਼ਹਿਰ ਸੀ ਉਹ ਪ੍ਰੋਪਰ ਪੂਰੀ ਤਰ੍ਹਾਂ ਨਾਲ ਖਤਮ ਹੋ ਗਏ, ਠੀਕ ਹੈ। ਇੰਗਲੈਂਡ ਚਾਹੇ ਕਿ ਕਹਿ ਸਕਦੇ ਹਾਂ ਕਿ ਇੰਗਲੈਂਡ ਦੀ ਹਾਰ ਨਹੀਂ ਹੋਈ, ਠੀਕ ਹੈ, ਪਰ ਫਿਰ ਵੀ ਦੇਖੋ ਇੰਗਲੈਂਡ ਦਾ ਕਿੰਨਾ ਜ਼ਿਆਦਾ ਨੁਕਸਾਨ ਹੋਇਆ। 2000 ਕਰੋੜ ਰੁਪਏ ਦੀ ਸੰਪत्ति ਉਸਦੀ ਨਸ਼ਟ ਹੋ ਗਈ। ਯਹੂਦੀਆਂ ਨੂੰ ਦੇਖੋ ਕਿੰਨਾ ਯਹੂਦੀਆਂ ਦੀ ਹੱਤਿਆ ਹੋਈ, ਠੀਕ ਹੈ। ਉਸ ਦੇ ਵਿੱਚ ਆਪਾਂ ਕੀਤਾ ਕਿ ਹਿਟਲਰ ਨੇ ਕਿੰਨੇ ਯਹੂਦੀਆਂ ਦੀ ਮੌਤ ਦਾ ਕਾਰਨ ਹਿਟਲਰ ਬਣਿਆ ਸੀ, ਠੀਕ ਹੈ, ਉਹਨਾਂ ਦੀ ਜੋ ਸੀ ਮੌਤ ਹੋਈ। ਤੇ ਰੂਸ ਦੀ ਜੋ ਜੀਵਿਕਾ ਦੀ ਗੱਲ ਕਰੀਏ ਤਾਂ ਉਹਨਾਂ ਦਾ 25% ਉਹਨਾਂ ਦਾ ਖਤਮ ਹੋ ਗਿਆ ਸੀ, ਠੀਕ ਹੈ। ਸੋ ਇਹ ਤੇ ਆਪਾਂ ਕਹਿ ਸਕਦੇ ਹਾਂ ਯੁੱਧ ਦੇ ਪ੍ਰਭਾਵ ਦੇ ਵਿੱਚ ਟੋਟਲੀ ਜਨ ਧਨ ਦੀ ਬਹੁਤ ਜ਼ਿਆਦਾ ਹਾਨੀ ਹੋਈ। ਨੈਕਸਟ ਆਪਾਂ ਪ੍ਰਭਾਵ ਦੇਖ ਸਕਦੇ ਹਾਂ, ਫਾਸੀਵਾਦੀ ਸ਼ਕਤੀਆਂ ਦਾ ਸਫਾਇਆ। ਫਾਸੀਵਾਦੀ ਸ਼ਕਤੀਆਂ ਦਾ ਸਫਾਇਆ, ਆਪਾਂ ਫਾਸੀਵਾਦੀ ਸ਼ਕਤੀਆਂ ਦੇ ਵਿੱਚ 3 ਦੇਸ਼ ਹੀ ਲਏ ਸੀ ਜੋ ਧੁਰੀ ਦੇਸ਼ ਸੀ, ਠੀਕ ਹੈ। ਕਿਹੜੇ ਸੀ? ਜਰਮਨੀ ਸੀ, ਜਾਪਾਨ ਸੀ, ਇਟਲੀ ਸੀ। ਇਹਨਾਂ ਨੂੰ ਆਪਾਂ ਫਾਸੀਵਾਦੀ ਸ਼ਕਤੀਆਂ ਕਹਿ ਦਿੱਤਾ ਸੀ, ਧੁਰੀ ਰਾਸ਼ਟਰ ਆਪਾਂ ਕਹਿ ਦਿੱਤਾ ਸੀ, ਠੀਕ ਹੈ। ਇਹਨਾਂ ਨੂੰ ਧੁਰੀ ਰਾਸ਼ਟਰ ਸੀ ਇਹ। ਸੋ ਇਹਨਾਂ ਦਾ ਸਫਾਇਆ ਹੋ ਗਿਆ। ਕਿਵੇਂ ਹੋ ਗਿਆ? ਤਿੰਨੇ ਤਾਂ ਇਹ ਹਾਰੇ, ਆਤਮ ਸਮਰਪਣ ਤਿੰਨਾਂ ਨੇ ਕੀਤਾ, ਠੀਕ ਹੈ। ਸੋ ਹਾਰਨ ਤੋਂ ਧੁਰੀ ਰਾਸ਼ਟਰ, ਜਿਵੇਂ ਜਰਮਨ ਸਾਮਰਾਜ ਦਾ ਵੱਡਾ ਭਾਗ ਜੋ ਸੀ, ਠੀਕ ਹੈ, ਉਹ ਇਟਲੀ ਨੂੰ ਜੋ ਸੀ ਉਹ ਵੀ ਉਹਨਾਂ ਨੇ ਵੀ ਜੋ ਸੀ ਇਹਨਾਂ ਦੇ ਉਪਨਿਵੇਸ਼ ਸੀ ਨਾ ਜੋ ਇਹਨਾਂ ਨੇ ਜਿੱਤੇ ਸੀਗੇ, ਠੀਕ ਹੈ, ਉਹ ਸਾਰੇ ਉਹਨਾਂ ਨੂੰ ਖੋਣੇ ਪਏ ਸੀ, ਠੀਕ ਹੈ। ਸੋ ਜਿੰਨੇ ਵੀ ਪਹਿਲਾਂ ਇਹਨਾਂ ਨੇ ਜਿੱਤਿਆ, ਜੋ ਆਪਣੀਆਂ ਜਿੱਤਾਂ ਪ੍ਰਾਪਤ ਕੀਤੀਆਂ, ਸਾਰੇ ਇਹਨਾਂ ਨੂੰ ਵਾਪਸ ਕਰਨੇ ਪਏ ਸੀ। ਜਾਪਾਨ ਨੂੰ ਵੀ ਉਹ ਖੇਤਰ ਵਾਪਸ ਕਰਨੇ ਪਏ ਜਿਸ ਤੇ ਉਸਨੇ ਆਪਣੇ ਅਧਿਕਾਰ ਜਮਾਏ ਹੋਏ ਸੀ, ਠੀਕ ਹੈ। ਇਹਨਾਂ ਰਾਸ਼ਟਰਾਂ ਦੀ ਆਰਥਿਕ ਸਥਿਤੀ, ਸੈਨਿਕ ਸਥਿਤੀ ਜੋ ਸੀ ਬਹੁਤ ਜ਼ਿਆਦਾ ਕਮਜ਼ੋਰ ਹੋ ਗਈ, ਬਹੁਤ ਜ਼ਿਆਦਾ ਤਰਸਯੋਗ ਹੋ ਗਈ ਸੀ। ਨੈਕਸਟ ਆਪਾਂ ਮੇਨ ਇੰਪੋਰਟੈਂਟ ਇਫੈਕਟ ਮੰਨ ਸਕਦੇ ਹਾਂ ਇੰਗਲੈਂਡ ਦੀ ਸਥਿਤੀ ਦਾ ਕਮਜ਼ੋਰ ਹੋ ਜਾਣਾ, ਕਿਉਂਕਿ ਇੰਗਲੈਂਡ ਨੂੰ ਬਹੁਤ ਜ਼ਿਆਦਾ ਜੋ ਸੀ ਉਸਦੀ ਸਥਿਤੀ ਬਹੁਤ ਕਮਜ਼ੋਰ ਹੋ ਗਈ। ਕਿਉਂਕਿ ਜਦੋਂ 2 ਦੇਸ਼ ਲੜਦੇ ਹਨ, ਇਹ ਨਹੀਂ ਹੈ ਕਿ ਹਾਰੇ ਹੋਏ ਦੇਸ਼ਾਂ ਦੀ ਇਕੋਨਮੀ 'ਤੇ ਇਫੈਕਟ ਪੈਂਦਾ ਹੈ, ਇੱਥੋਂ ਤੱਕ ਕਿ ਦੋਨੀ ਪਾਸੇ ਜੋ ਸੈਨਾ ਲੜਦੀ, ਦੋਨੀ ਪਾਸੇ ਖਰਚ ਆਉਂਦਾ ਹੈ, ਦੋਨੀ ਪਾਸੇ ਨੁਕਸਾਨ ਹੁੰਦਾ ਹੈ, ਠੀਕ ਹੈ। ਸੋ ਇੰਗਲੈਂਡ ਦੀ ਜੋ ਪਹਿਲਾਂ ਸਥਿਤੀ ਸੀ ਯੁੱਧ ਤੋਂ ਬਾਅਦ ਉਹਦੀ ਸਥਿਤੀ ਬਹੁਤ ਜ਼ਿਆਦਾ ਕਮਜ਼ੋਰ ਹੋ ਗਈ। ਹੁਣ ਤੱਕ ਵਿਸ਼ਵ ਰਾਜਨੀਤੀ ਵਿੱਚ ਬ੍ਰਿਟੇਨ ਦੀ ਪ੍ਰਮੁੱਖ ਭੂਮਿਕਾ ਸੀ, ਉਹ ਇੱਕ ਸ਼ਕਤੀਸ਼ਾਲੀ ਰਾਸ਼ਟਰ ਸੀ, ਪਰ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਉਸਦੀ ਸਥਿਤੀ ਬਹੁਤ ਜ਼ਿਆਦਾ ਕਮਜ਼ੋਰ ਹੋ ਗਈ। ਭਾਰਤ ਜੋ ਸੀ ਭਾਰਤ ਸਹਿਤ ਸਾਰੇ ਉਪਨਿਵੇਸ਼ ਸੁਤੰਤਰ ਹੋ ਗਏ। ਵਿਸ਼ਵ ਰਾਜਨੀਤੀ ਦੇ ਵਿੱਚ ਦਬਦਬਾ ਜੋ ਸੀ ਨਾ ਉਹ ਘਟ ਗਿਆ, ਠੀਕ ਹੈ। ਸੋ ਆਪਾਂ ਕਹਿ ਸਕਦੇ ਹਾਂ ਜੋ ਦਬਦਬਾ ਸੀ ਉਹ ਕੀ ਹੋ ਗਿਆ? ਘਟ ਗਿਆ ਸੀ, ਠੀਕ ਹੈ। ਹੁਣ ਆਪਾਂ ਨੈਕਸਟ ਗੱਲ ਕਰਦੇ ਹਾਂ, ਸੋਵੀਅਤ ਸੰਘ ਤੇ ਅਮਰੀਕਾ ਦੀ ਸ਼ਕਤੀ ਦੇ ਵਿੱਚ ਵਾਧਾ ਹੋਇਆ, ਠੀਕ ਹੈ। ਮੇਨ ਇੰਪੋਰਟੈਂਟ ਇਫੈਕਟ ਪਿਆ ਸੈਕੰਡ ਵਰਲਡ ਵਾਰ ਤੋਂ ਬਾਅਦ, ਸੋਵੀਅਤ ਸੰਘ, ਰੂਸ ਤੇ ਅਮਰੀਕਾ ਜੋ ਸਾਡਾ ਸੀ ਉਹਦੀ ਸ਼ਕਤੀ ਦੇ ਵਿੱਚ ਵਾਧਾ ਹੋਇਆ, ਕਿਉਂਕਿ ਇਹ ਜਿੱਤੇ ਸੀਗੇ, ਠੀਕ ਹੈ। ਸੋ ਜਰਮਨੀ, ਇਟਲੀ, ਇੰਗਲੈਂਡ, ਫਰਾਂਸ ਦੀ ਜਗ੍ਹਾ ਜੋ ਪਹਿਲਾਂ ਇਹ ਹੁੰਦੇ ਸੀ ਨਾ ਇੰਪੋਰਟੈਂਟ ਰਾਜਨੀਤੀ ਦੇ ਵਿੱਚ ਤਾਕਤਵਰ, ਜਰਮਨੀ ਕਿੰਨਾ ਤਾਕਤਵਰ ਹੋ ਗਿਆ ਸੀ, ਇੰਗਲੈਂਡ ਕਿੰਨੀ, ਇਟਲੀ ਕਿੰਨੀ ਸ਼ਕਤੀ ਪ੍ਰਾਪਤ ਕਰ ਗਿਆ ਸੀ, ਠੀਕ ਹੈ। ਫਰਾਂਸ, ਇੰਗਲੈਂਡ, ਇਹ ਸਾਰੇ ਇੱਕ ਨਾ ਕਿਸੇ ਤਰ੍ਹਾਂ ਪਹਿਲਾਂ ਬਹੁਤ ਜ਼ਿਆਦਾ ਤਾਕਤਵਰ ਸਨ, ਰਾਜਨੀਤੀ ਦੇ ਵਿੱਚ ਸਭ ਤੋਂ ਜ਼ਿਆਦਾ ਅਪ ਲੈਵਲ 'ਤੇ ਚਲ ਗਏ ਸਨ, ਠੀਕ ਹੈ। ਸੋ ਇਹਨਾਂ ਦੀ ਜਗ੍ਹਾ ਹੁਣ ਸੋਵੀਅਤ ਸੰਘ ਤੇ ਅਮਰੀਕਾ ਜੋ ਸੀ ਨਾ ਉਹ ਰਾਜਨੀਤੀ ਦੇ ਵਿੱਚ ਬਹੁਤ ਜ਼ਿਆਦਾ ਤਾਕਤਵਰ ਹੋ ਗਏ। ਪਹਿਲਾਂ ਜਰਮਨੀ, ਇਟਲੀ, ਇੰਗਲੈਂਡ ਸੀ, ਠੀਕ ਹੈ, ਫਰਾਂਸ ਸੀ, ਪਰ ਬਾਅਦ ਵਿੱਚ ਕੌਣ ਹੋ ਗਏ ਤਾਕਤਵਰ? ਜੋ ਸਾਡੇ ਅਮਰੀਕਾ ਤੇ ਸੋਵੀਅਤ ਸੰਘ, ਠੀਕ ਹੈ। ਸੋ ਇਹ ਮੇਨ ਇੰਪੋਰਟੈਂਟ ਇਫੈਕਟ ਪਿਆ। ਨੈਕਸਟ ਆਪਾਂ ਇਫੈਕਟ ਦੇਖ ਸਕਦੇ ਹਾਂ, ਸਾਡਾ ਮੇਨ ਇੰਪੋਰਟੈਂਟ ਇਫੈਕਟ ਬਾਅਦ ਵਿੱਚ ਕੀ ਪਿਆ। ਆਪਾਂ ਇੱਥੇ ਇੱਕ ਗੱਲ ਹੋਰ ਡਿਸਕਸ ਇੱਕ ਪੁਆਇੰਟ ਕਰ ਸਕਦੇ ਹਾਂ, ਜਦੋਂ ਉਹ ਤਾਕਤਵਰ ਹੋ ਗਏ ਤੇ ਵਿਸ਼ਵ ਦੇ ਵਿੱਚ 2 ਭਾਗਾਂ ਵਿੱਚ ਵਿਭਾਜਿਤ ਹੋ ਗਏ, ਪੂੰਜੀਵਾਦੀ ਤੇ ਸਾਮਵਾਦ। ਜੋ ਅਮਰੀਕਾ ਸੀ ਉਸਨੇ ਪੂੰਜੀਵਾਦ ਵਿਚਾਰਧਾਰਾ ਤੇ ਜੋ ਰੂਸ ਸੀ ਉਸ ਦੇ ਵਿੱਚ ਸਾਮਵਾਦੀ ਵਿਚਾਰਧਾਰਾ,
ठीक है। उस तो बाद सोवियत संघ जो सी, ठीक है, उसकी स्थिति सुधारी। ठीक है। अमरीका पहली वारी कह देंगे कि ਜਦੋਂ ਇਹ ਦੋ ਭਾਗਾਂ ਦੇ ਵਿੱਚ ਵਿਭਾਜਿਤ ਹੋ ਗਏ, ਠੀਕ ਹੈ, ਹੁਣ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਵੱਲ ਸਹਾਇਤਾ ਲਈ, ਠੀਕ ਹੈ, ਕਾਫੀ ਦੇਸ਼ ਆਉਣੇ ਸ਼ੁਰੂ ਹੋ ਗਏ, ਯੂਰਪੀ ਏਸ਼ੀਆਈ ਦੇਸ਼ ਇਹਨਾਂ ਦੇ ਵੱਲ ਸਹਾਇਤਾ ਲਈ ਆਉਣੇ ਸ਼ੁਰੂ ਹੋ ਗਏ ਸੀ। ਸੋ ਇਹ ਦੋ ਵਿਚਾਰਧਾਰਾਵਾਂ ਜੇ ਆਪਾਂ ਕਹੀਏ ਤਾਂ ਇਹ ਜੋ ਸੀ ਉਹ ਸਾਹਮਣੇ ਆ ਗਈਆਂ ਸਨ। ਠੀਕ ਹੈ। ਵਿਭਾਜਿਤ ਹੋ ਗਿਆ ਸੀ ਇਹ ਜੋ ਵਿਸ਼ਵ ਸੀ ਨਾ, ਦੋ ਭਾਗਾਂ ਦੇ ਵਿੱਚ ਵਿਭਾਜਿਤ ਹੋ ਗਿਆ। ਨੈਕਸਟ ਆਪਾਂ ਗੱਲ ਕਰਦੇ ਹਾਂ, ਨੈਕਸਟ ਹੈਗੀ ਹੈ ਗੁੱਟ ਨਿਰਲੇਪਤਾ ਦੀ ਨੀਤੀ। ਹੁਣ ਜਦੋਂ ਆਪਾਂ ਗੱਲ ਕਰਦੇ ਹਾਂ ਸੈਕਿੰਡ ਵਰਲਡ ਵਾਰ ਦੇ ਵਿੱਚ ਦੋ ਭਾਗਾਂ ਵਿੱਚ ਵਿਭਾਜਿਤ ਹੋ ਗਏ, ਠੀਕ ਹੈ, ਵਿਸ਼ਵ। ਅਮਰੀਕਾ ਇੱਕ ਪਾਸੇ ਪੂੰਜੀਵਾਦੀ ਵਿਚਾਰਧਾਰਾ ਆ ਗਈ, ਇੱਕ ਪਾਸੇ ਜੋ ਸੀ ਸਾਮਵਾਦੀ ਵਿਚਾਰਧਾਰਾ ਆ ਗਈ। ਠੀਕ ਹੈ। ਸੋ ਇਹ ਹੋ ਗਿਆ। ਕੋਲਡ ਵਾਰ ਵੀ ਇਸ ਤੋਂ ਬਾਅਦ ਹੁੰਦੀ ਹੈ। ਠੀਕ ਹੈ। ਪ੍ਰਭਾਵ ਜੋ ਦੋਨੇ ਦੇਸ਼ ਪ੍ਰਭਾਵ ਦੇ ਵਿੱਚ ਆ ਗਏ। ਕੋਲਡ ਵਾਰ ਵੀ ਹੋਈ, ਠੀਕ ਹੈ, ਬਾਅਦ ਵਿੱਚ, ਜੋ ਕਿ ਕਾਫੀ ਲੰਬੇ ਸਮੇਂ ਤੱਕ ਚੱਲੀ। ਠੀਕ ਹੈ। 1990 ਤੱਕ ਤਕਰੀਬਨ ਸ਼ੀਤ ਯੁੱਧ ਜੋ ਸੀ ਉਹ ਖਤਮ ਹੋਇਆ। ਤੇ ਸੋਵੀਅਤ ਸੰਘ ਜੋ ਸੀ ਨਾ, ਰੂਸ, ਆਪਾਂ ਰੂਸ ਤੇ ਅਮਰੀਕਾ ਦੀ ਗੱਲ ਕਰਦੇ, ਰੂਸ ਵੀ ਬਾਅਦ ਵਿੱਚ ਉਹਦੀ ਸ਼ਕਤੀ ਵੀ ਘਟ ਗਈ। ਰੂਸ ਦੀ ਗੱਲ ਕਰੀਏ ਤਾਂ ਰੂਸ ਦੀ ਵੀ, ਸੋਵੀਅਤ ਸੰਘ ਦੀ ਵੀ ਸ਼ਕਤੀ ਘਟ ਗਈ ਤੇ ਇੱਕ ਹੀ ਸੁਪਰ ਪਾਵਰ ਰਹਿ ਗਿਆ। ਕੌਣ ਰਹਿ ਗਿਆ? USA, ਸਾਡਾ ਅਮਰੀਕਾ। ਠੀਕ ਹੈ। ਇਹ ਜੋ ਸੀ ਮੇਨ ਸੁਪਰ ਪਾਵਰ ਰਹਿ ਗਿਆ ਸੀ। ਠੀਕ ਹੈ। ਸੋ ਆਪਾਂ ਹੁਣ ਨੈਕਸਟ ਗੱਲ ਕਰਦੇ ਗੁੱਟ ਨਿਰਲੇਪਤਾ ਦੀ ਨੀਤੀ ਦੀ। ਇਹ ਮੇਨ ਇੰਪੋਰਟੈਂਟ ਸਾਹਮਣੇ ਆਈ। ਠੀਕ ਹੈ। ਕੁਛ ਏਸ਼ੀਆਈ, ਅਫਰੀਕੀ ਜੋ ਸੀ ਅਮਰੀਕੀ ਦੇਸ਼, ਠੀਕ ਹੈ, ਉਹਨਾਂ ਨੇ ਆਪਣੀ ਸੁਤੰਤਰ ਸਥਿਤੀ ਬਣਾਈ ਰੱਖਣ ਦੀ ਕੋਸ਼ਿਸ਼ ਕੀਤੀ। ਫਿਰ ਰਾਜਨੀਤੀ ਦੇ ਵਿੱਚ ਤੀਸਰੀ ਸ਼ਕਤੀ ਦੇ ਰੂਪ ਵਿੱਚ ਇਹ ਨੀਤੀ ਸਾਹਮਣੇ ਆਈ ਜਿਹਨੂੰ ਆਪਾਂ ਗੁੱਟ ਨਿਰਲੇਪਤਾ ਦੀ ਨੀਤੀ ਕਹਿੰਦੇ ਹਾਂ। ਇਹਨਾਂ ਦੇ ਵਿੱਚ ਬਹੁਤ ਸਾਰੇ ਨਵੇਂ ਰਾਸ਼ਟਰਾਂ ਦਾ ਆਗਮਨ ਹੋਇਆ। ਗੁੱਟ ਨਿਰਲੇਪਤਾ ਦੀ ਨੀਤੀ ਦਾ ਜੋ ਸੀ ਪ੍ਰਸਾਰ ਵਧਿਆ। ਇਸ ਦੇ ਵਿੱਚ ਭਾਰਤ ਦੀ ਮੁੱਖ ਭੂਮਿਕਾ ਰਹੀ ਹੈ ਤੇ ਪਹਿਲੇ ਪ੍ਰਧਾਨ ਕਿਹੜੇ ਰਹੇ ਹਨ? ਜਵਾਹਰ ਲਾਲ ਨਹਿਰੂ, ਇਹਨਾਂ ਦੀ ਮੇਨ ਭੂਮਿਕਾ ਰਹੀ ਹੈ। ਠੀਕ ਹੈ। ਉਸ ਤੋਂ ਬਾਅਦ ਮੇਨ ਇੰਪੋਰਟੈਂਟ ਇਫੈਕਟ ਕੀ ਸਾਹਮਣੇ ਆਉਂਦਾ ਹੈ? ਜਰਮਨੀ ਦਾ ਵਿਘਟਨ, ਮਤਲਬ ਕਿ ਜਰਮਨੀ ਪੂਰੀ ਤਰ੍ਹਾਂ ਜੋ ਸੀ ਉਹ ਹੇਠਾਂ ਚਲ ਗਿਆ ਸੀ। ਠੀਕ ਹੈ। ਜਰਮਨੀ ਦੋ ਭਾਗਾਂ ਵਿੱਚ ਵੰਡ ਹੋ ਗਿਆ, ਪੱਛਮੀ ਜਰਮਨੀ, ਪੂਰਬੀ ਜਰਮਨੀ। ਠੀਕ ਹੈ। ਸੋ ਉਸ ਦੀ ਜਰਮਨੀ ਦੀ ਵੰਡ ਕਰ ਦਿੱਤੀ ਗਈ। ਸੋ ਇਸ ਦਾ ਵੀ ਦਬਦਬਾ ਜੋ ਸੀ ਬਿਲਕੁਲ ਜ਼ਿਆਦਾ ਉਹ ਘਟ ਗਿਆ ਸੀ। ਨੈਕਸਟ ਇੰਪੋਰਟੈਂਟ ਜੋ ਇਫੈਕਟ ਕੀ ਪਿਆ ਸੈਕਿੰਡ ਵਰਲਡ ਵਾਰ ਦਾ, ਕਿ ਵਿਗਿਆਨਿਕ ਪ੍ਰਗਤੀ ਬਹੁਤ ਦੇਖਣ ਨੂੰ ਮਿਲੀ। ਠੀਕ ਹੈ। ਜੋ ਟੈਕਨੋਲੋਜੀਕਲ ਡਿਵੈਲਪਮੈਂਟ ਹੋਈ, ਜੋ ਵਿਗਿਆਨਿਕ ਪ੍ਰਗਤੀ ਹੋਈ, ਉਹ ਬਹੁਤ ਸਾਹਮਣੇ ਆਈ। ਕੁਛ ਤਾਂ ਯੂਜ਼ਫੁਲ ਸੀ, ਠੀਕ ਹੈ, ਕੁਛ ਤਾਂ ਲਾਭਦਾਇਕ ਪੱਖ ਇਹਦੇ ਸਾਹਮਣੇ ਦੇਖਣ ਨੂੰ ਮਿਲੇ, ਕੁਛ ਜੋ ਸੀ ਉਹ ਬਹੁਤ ਜ਼ਿਆਦਾ ਨੁਕਸਾਨਦਾਇਕ ਵੀ ਸੀ। ਯੂਜ਼ਫੁਲ ਵਿੱਚ ਆਪਾਂ ਕਹਿ ਸਕਦੇ ਹਾਂ ਜੋ ਬਿਮਾਰੀਆਂ ਦੀ ਰੱਖਿਆ ਦੇ ਲਈ, ਜੋ ਇੱਕ ਦੂਜੇ ਨੂੰ ਬਹੁਤ ਜ਼ਿਆਦਾ ਫੈਲਦੀਆਂ ਸਨ, ਠੀਕ ਹੈ, ਉਹਨਾਂ ਦੀ ਰੱਖਿਆ ਲਈ ਨਵੇਂ ਉਪਾਅ ਖੋਜੇ ਗਏ। ਅਮਰੀਕਾ ਦੇ ਵਿੱਚ ਪੈਨਸਿਲਿਨ ਦਾ ਉਤਪਾਦਨ ਹੋਇਆ ਵੱਡੇ ਪੈਮਾਨੇ 'ਤੇ। ਜੋ ਰਕਤ ਪਲਾਜ਼ਮਾ ਸੀ ਉਹਨੂੰ ਕੱਢਣ ਦੀ ਵਿਧੀ ਖੋਜੀ ਗਈ। ਠੀਕ ਹੈ। ਸੱਟ ਚੋਟ ਜਿਵੇਂ ਇਹ ਸਾਰੀਆਂ ਜੋ ਬਿਮਾਰੀਆਂ ਸੀ ਨਾ, ਇਹਦੇ ਲਈ ਕੁਛ ਨਾ ਕੁਛ ਖੋਜਾਂ ਹੋਈਆਂ। ਠੀਕ ਹੈ। ਮੌਤ ਦਰ ਮੀਨਸ ਕਿ ਬਹੁਤ ਜ਼ਿਆਦਾ ਘਟ ਗਈ ਸੀ ਵਿਗਿਆਨਿਕ ਪ੍ਰਗਤੀ ਦੇ ਨਾਲ। ਪਰ ਜੋ ਅਨਯੂਜ਼ਫੁਲ ਜੋ ਸਾਹਮਣੇ ਆਏ ਨਾ ਸਾਡੇ ਜੋ ਇਫੈਕਟ ਹੋਏ ਵਿਗਿਆਨਿਕ ਪ੍ਰਗਤੀ ਦੇ ਵਿੱਚ, ਇਹਦੇ ਵਿੱਚ ਇਹ ਆਏ ਕਿ ਬੰਬ ਬਣੇ ਬਹੁਤ ਜ਼ਿਆਦਾ। ਠੀਕ ਹੈ। ਰੌਕਟ ਬਣੇ, ਇਹਨਾਂ ਦਾ ਨਿਰਮਾਣ ਹੋਇਆ। ਠੀਕ ਹੈ। ਬਹੁਤ ਜ਼ਿਆਦਾ ਪਰਮਾਣੂ ਬੰਬ ਬਣਿਆ। ਇੰਨੀ ਜੋ ਸੀ ਇਹ ਵਿਗਿਆਨਿਕ ਪ੍ਰਗਤੀ ਦੇ ਵਿੱਚ ਜੋ ਸੀ ਬਹੁਤ ਜ਼ਿਆਦਾ ਗਲਤ ਚੀਜ਼ ਸੀ। ਠੀਕ ਹੈ। ਸੋ ਇਫੈਕਟ ਕਹਿ ਸਕਦੇ ਹਾਂ ਕਿ ਵਿਗਿਆਨਿਕ ਪ੍ਰਗਤੀ ਬਹੁਤ ਸਾਹਮਣੇ ਆਈ ਇਸ ਯੁੱਧ ਤੋਂ ਬਾਅਦ। ਠੀਕ ਹੈ। ਉਸ ਤੋਂ ਬਾਅਦ ਮੇਨ ਇੰਪੋਰਟੈਂਟ ਇਫੈਕਟ ਕੀ ਹੋਇਆ? ਸੰਯੁਕਤ ਰਾਸ਼ਟਰ ਦੀ ਸਥਾਪਨਾ ਹੋਈ। ਸੋ ਅੰਤਰਰਾਸ਼ਟਰੀ ਸੰਗਠਨ ਦੀ ਮਹਿਸੂਸ ਤਾਂ ਜੋ ਸੀ ਆਪਾਂ ਫਸਟ ਵਰਲਡ ਵਾਰ ਤੋਂ ਬਾਅਦ ਵੀ ਦੇਖੀ ਸੀ। ਰਾਸ਼ਟਰ ਸੰਘ ਬਣਿਆ ਸੀ ਸ਼ਾਂਤੀ ਸਥਾਪਿਤ ਕਰਨ ਲਈ। ਕੋਈ ਨਾ ਕੋਈ ਤਾਂ ਐਂਡ 'ਤੇ ਬਣਦਾ ਹੈ ਨਾ ਕਿ ਨੈਕਸਟ ਤੋਂ ਬਾਅਦ ਉਹ ਚੀਜ਼ ਨਾ ਹੋਵੇ। ਠੀਕ ਹੈ। ਸੋ ਸੰਯੁਕਤ ਰਾਸ਼ਟਰ ਸੰਘ ਦੀ ਸਥਾਪਨਾ ਹੋਈ। ਕਦੋਂ ਹੋਈ? 24 ਅਕਤੂਬਰ 1945 ਈਸਵੀ ਨੂੰ। ਠੀਕ ਹੈ। ਸੋ ਇਸ ਦੀ ਲੋੜ ਮਹਿਸੂਸ ਹੋਈ ਸੀ। ਇਸ ਨੂੰ ਵਿਸ਼ਵ ਸ਼ਾਂਤੀ ਲਈ ਅਮਰੀਕਾ ਦੀ ਪਹਿਲ 'ਤੇ ਇਹ ਬਣਿਆ ਸੀ। ਪਹਿਲਾਂ ਵੀ ਅਮਰੀਕਾ ਦੀ ਪਹਿਲ 'ਤੇ ਹੋਇਆ ਸੀ। ਠੀਕ ਹੈ। ਸੰਘ ਦੀ ਸਥਾਪਨਾ ਅਤੇ ਸੰਯੁਕਤ ਰਾਸ਼ਟਰ ਦੀ ਸਥਾਪਨਾ ਹੁਣ ਵੀ ਅਮਰੀਕਾ ਦੀ ਪਹਿਲ 'ਤੇ ਹੋਈ 24 ਅਕਤੂਬਰ 1945 ਨੂੰ। ਇਹਦਾ ਮੇਨ ਮਕਸਦ ਕੀ ਸੀ? ਇਹਦਾ ਮੇਨ ਮਕਸਦ ਸੀ ਰਾਸ਼ਟਰਾਂ ਨੂੰ ਆਪਸ ਵਿੱਚ ਜੋੜ ਦਿੱਤਾ ਜਾਵੇ। ਠੀਕ ਹੈ। ਸੋ ਯੁੱਧ ਮੁੜ ਕੇ ਨਾ ਹੋਵੇ, ਇੱਕ ਇਕਜੁੱਟ ਜਿਹਾ ਬਣ ਜੇ ਜੋ ਰਾਸ਼ਟਰਾਂ ਦਾ ਹੈ। ਠੀਕ ਹੈ। ਸੋ ਇਹ ਵਿਚਾਰਧਾਰਾ ਕਿਸ ਨੇ ਦਿੱਤੀ ਸੀ? ਤਾਂ ਅਮਰੀਕਾ ਦੇ ਡੀ ਰੂਜ਼ਵੈਲਟ ਦਾ ਵਿਚਾਰ ਸੀ ਇਹ। ਠੀਕ ਹੈ। ਸੰਯੁਕਤ ਰਾਸ਼ਟਰ ਦੀ ਸਥਾਪਨਾ ਦਾ। ਠੀਕ ਹੈ। ਜੇਕਰ ਆਪਾਂ ਗੱਲ ਕਰੀਏ ਇਸ ਵਿੱਚ ਮੁੱਢਲੇ ਦੇਸ਼ ਕਿੰਨੇ ਸੀ? ਰਾਸ਼ਟਰ 51 ਸੀ। ਠੀਕ ਹੈ। ਟੋਟਲ 193 ਸੀ। 193ਵਾਂ ਜੋ ਬਣਿਆ ਸੀ ਉਹ ਸਾਊਥ ਸੁਡਾਨ ਬਣਿਆ ਸੀ। ਠੀਕ ਹੈ। ਦੇਸ਼ ਅਤੇ ਸਾਨ ਫਰਾਂਸਿਸਕੋ ਸ਼ਹਿਰ ਦੇ ਵਿੱਚ 26
जून 1945 ਦੇ ਵਿੱਚ ਇਹਦਾ ਚਾਰਟਰ ਜੋ ਸੀ ਉਹ ਸਾਈਨ ਕੀਤਾ ਗਿਆ ਸੀ। ਮੇਨ ਆਫਿਸ ਇਸ ਦਾ ਨਿਊਯਾਰਕ ਹੈ। ਠੀਕ ਹੈ, ਸੋ ਇਹ ਸੀ ਸਾਡੇ ਸੈਕਿੰਡ ਵਰਲਡ ਵਾਰ ਦਾ ਲਾਸਟ ਮੇਨ ਇੰਪੋਰਟੈਂਟ ਇਫੈਕਟ ਕਿ ਸੰਯੁਕਤ ਰਾਸ਼ਟਰ ਦੀ ਸਥਾਪਨਾ ਹੋ ਗਈ ਕਿ ਬਾਅਦ ਵਿੱਚ ਕੋਈ ਵੀ ਯੁੱਧ ਇਸ ਤਰ੍ਹਾਂ ਦਾ ਨਾ ਕੀਤਾ ਜਾਵੇ। ਠੀਕ ਹੈ, ਸੋ ਹੁਣ ਆਪਾਂ ਕਰਾਂਗੇ ਕੁਛ ਮੇਨ ਇੰਪੋਰਟੈਂਟ 1 ਲਾਈਨਰ ਜੋ MCQ ਹੋਣਗੇ। ਜਿਵੇਂ ਆਪਾਂ ਟੈਲੀਗ੍ਰਾਮ ਚੈਨਲ 'ਤੇ ਵੀ ਆਪਣੇ ਕਰਦੇ ਹਾਂ, ਕੁਛ MCQ ਹਿੰਦੀ ਵਿੱਚ ਹੁੰਦੇ ਹਨ, ਕੁਛ ਜੋ ਸਾਡੇ ਪੰਜਾਬੀ ਵਿੱਚ ਹੁੰਦੇ ਹਨ। ਸੋ ਸਾਡਾ ਓਬਜੈਕਟਿਵ ਹੁੰਦਾ ਹੈ ਆਪਾਂ ਉਹ ਚੀਜ਼ ਨੂੰ ਆਪਣੇ ਮਾਈਂਡ ਦੇ ਵਿੱਚ ਕੈਪਚਰ ਕਰ ਲਈਏ ਜੋ ਮੇਨ ਇੰਪੋਰਟੈਂਟ ਫੈਕਟ ਸਾਡੇ ਐਗਜ਼ਾਮ ਰੈਲੇਵੈਂਟ ਹੁੰਦੇ ਹਨ। ਠੀਕ ਹੈ, ਸੋ ਆਪਾਂ ਹੁਣ 1 ਲਾਈਨਰ ਜੋ ਹੈ ਜਲਦੀ ਕਰ ਲੈਂਦੇ ਹਾਂ। ਦੂਸਰਾ ਵਿਸ਼ਵ ਯੁੱਧ ਜੋ ਸੀ ਕਿੰਨੇ ਸਾਲਾਂ ਤੱਕ ਲੜਿਆ ਗਿਆ? ਤਾਂ 6 ਸਾਲਾਂ ਤੱਕ। ਠੀਕ ਹੈ, ਜੋ ਦੂਸਰਾ ਵਿਸ਼ਵ ਯੁੱਧ ਸੀ ਉਹਦੀ ਸ਼ੁਰੂਆਤ ਕਦੋਂ ਹੋਈ? ਤਾਂ 1 ਸਤੰਬਰ 1939 ਈਸਵੀ ਨੂੰ। ਜੋ ਇਸ ਦਾ ਐਂਡ ਕਦੋਂ ਹੋਇਆ, ਕਦੋਂ ਤੱਕ ਲੜਿਆ ਗਿਆ? ਤਾਂ 2 ਸਤੰਬਰ 1945 ਤੱਕ। ਠੀਕ ਹੈ, ਸੋ ਇਹ ਇੰਪੋਰਟੈਂਟ ਫੈਕਟ ਅਸੀਂ ਕਰ ਵੀ ਚੁੱਕੇ ਹਾਂ। ਇੱਕ ਰਿਵੀਜ਼ਨ ਹੋ ਸਕਦੀ ਹੈ ਐਂਡ 'ਤੇ ਸਾਡੀ ਇਸ ਦੇ ਨਾਲ। ਕਿੰਨੇ ਦੇਸ਼ਾਂ ਨੇ ਇਸ ਦੇ ਵਿੱਚ ਭਾਗ ਲਿਆ? ਤਾਂ 61 ਦੇਸ਼ਾਂ ਨੇ ਇਸ ਦੇ ਵਿੱਚ ਭਾਗ ਲਿਆ। ਠੀਕ ਹੈ, ਯੁੱਧ ਦਾ ਤਤਕਾਲੀ ਕਾਰਨ ਕੀ ਸੀ? ਜਰਮਨੀ ਦਾ ਜੋ ਸੀ ਪੋਲੈਂਡ 'ਤੇ ਹਮਲਾ ਸੀ। ਠੀਕ ਹੈ, ਸੋ ਦੂਸਰੇ ਵਿਸ਼ਵ ਯੁੱਧ ਦੇ ਦੌਰਾਨ ਜਰਮਨ ਜਨਰਲ ਰੋਮੇਲ ਜੋ ਸੀ ਉਹਦਾ ਕੀ ਨਾਮ ਜੋ ਸੀ ਉਹ ਰੱਖਿਆ ਗਿਆ ਸੀ? ਤਾਂ ਡੇਜ਼ਰਟ ਫੌਕਸ ਉਸਦਾ ਨਾਮ ਰੱਖਿਆ ਗਿਆ ਸੀ। ਇਸ ਤਰ੍ਹਾਂ ਦੇ ਕੁਐਸਚਨ ਤੁਹਾਨੂੰ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਬਹੁਤ ਇੰਪੋਰਟੈਂਟ ਵੇ ਦੇ ਨਾਲ ਪੁੱਛ ਲਏ ਜਾਂਦੇ ਹਨ। ਸੋ ਸਾਰੇ ਹੀ ਤੁਸੀਂ ਧਿਆਨ ਦੇ ਵਿੱਚ ਰੱਖਣੇ ਹਨ। ਮਿਊਨਿਖ ਪੈਕਟ ਦਾ ਜੋ ਸੀ ਕਦੋਂ ਹੋਇਆ ਸੀ ਸੰਪੰਨ? ਠੀਕ ਹੈ, ਸੋ ਉਹ ਹੋਇਆ ਸੀ ਸਤੰਬਰ 1938 ਈਸਵੀ ਦੇ ਵਿੱਚ। ਜੋ ਅਸੀਂ ਪਾਰਟ 1 ਕਰ ਚੁੱਕੇ ਹਾਂ ਸੈਕਿੰਡ ਵਰਲਡ ਵਾਰ ਦਾ, ਉਸ ਦੇ ਵਿੱਚ ਅਸੀਂ ਮਿਊਨਿਖ ਪੈਕਟ ਨੂੰ ਸਮਝੌਤਾ ਜੋ ਹੋਇਆ ਸੀ ਇਸ ਨੂੰ ਆਪਾਂ ਚੰਗੀ ਤਰ੍ਹਾਂ ਐਕਸਪਲੇਨੇਸ਼ਨ ਦੇ ਨਾਲ ਸਮਝਿਆ ਸੀ। ਠੀਕ ਹੈ, ਸੋ ਉਸ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ। ਕਦੋਂ ਹੋਇਆ ਸੀ? ਤਾਂ 1938 ਈਸਵੀ ਦੇ ਵਿੱਚ ਸਤੰਬਰ ਦੇ ਵਿੱਚ। ਜਰਮਨੀ ਨੇ ਕਿਸ ਸੰਧੀ ਦਾ ਉਲੰਘਣ ਕੀਤਾ ਸੀ? ਜਰਮਨੀ ਨੇ ਵਰਸਾਏ ਦੀ ਸੰਧੀ ਦਾ ਉਲੰਘਣ ਕੀਤਾ ਸੀ ਕਿਉਂਕਿ ਥੋਪੀ ਗਈ ਸੰਧੀ ਸੀ ਵਰਸਾਏ। ਬਾਅਦ ਵਿੱਚ ਉਹਨੇ ਸੰਧੀ ਦਾ ਉਲੰਘਣ ਕਰ ਦਿੱਤਾ, ਆਪਣੇ ਹਥਿਆਰ ਰੱਖਣੇ ਸ਼ੁਰੂ ਕਰ ਦਿੱਤੇ ਸੀ। ਠੀਕ ਹੈ, ਆਪਣੀ ਮਨਮਾਨੀ ਕਰਨੀ ਸ਼ੁਰੂ ਕਰ ਦਿੱਤੀ ਸੀ। ਉਸ ਦਾ ਅੰਤ ਉਸ ਨੂੰ ਬਾਅਦ ਵਿੱਚ ਮਿਲ ਜਾਂਦਾ ਹੈ। ਠੀਕ ਹੈ, ਸੋ ਜਰਮਨੀ ਨੇ ਵਰਸਾਏ ਦੀ ਸੰਧੀ ਤੋੜੀ ਕਦੋਂ ਹੈ? ਤਾਂ 1935 ਈਸਵੀ ਦੇ ਵਿੱਚ। ਸਪੇਨ ਦੇ ਵਿੱਚ ਇੱਕ ਜੋ ਸੀ ਗ੍ਰਹਿ ਯੁੱਧ ਹੋਇਆ ਸੀ। ਠੀਕ ਹੈ, ਕਦੋਂ ਹੋਇਆ ਸੀ? ਤਾਂ 1936 ਈਸਵੀ ਦੇ ਵਿੱਚ। ਸੰਯੁਕਤ ਰੂਪ ਤੋਂ ਜੋ ਸੀ ਇਟਲੀ ਤੇ ਜਰਮਨੀ ਦਾ ਪਹਿਲਾ ਸ਼ਿਕਾਰ ਕਿਹੜਾ ਦੇਸ਼ ਬਣਿਆ ਸੀ? ਤਾਂ ਸਪੇਨ ਬਣਿਆ ਸੀ। ਠੀਕ ਹੈ, ਨੈਕਸਟ ਹੈ ਸੋਵੀਅਤ ਸੰਘ ਤੇ ਜਰਮਨੀ ਨੇ ਜੋ ਆਕਰਮਣ ਕਰਨ ਦੀ ਯੋਜਨਾ ਬਣਾਈ ਸੀ ਉਹਨੂੰ ਕੀ ਕਿਹਾ ਜਾਂਦਾ ਹੈ? ਤਾਂ ਉਸ ਨੂੰ ਕਿਹਾ ਜਾਂਦਾ ਹੈ ਬਾਰਬੋਸਾ ਕਾਂਡ ਵੀ ਇਸ ਨੂੰ ਕਿਹਾ ਜਾਂਦਾ ਹੈ। ਠੀਕ ਹੈ, ਸੋਵੀਅਤ ਸੰਘ ਤੇ ਜਰਮਨੀ ਨੇ ਆਕਰਮਣ ਕਰਨ ਦੀ ਯੋਜਨਾ ਬਣਾਈ ਸੀ, ਉਸ ਨੂੰ ਬਾਰਬੋਸਾ ਦਾ ਨਾਮ ਦਿੱਤਾ ਗਿਆ ਹੈ। ਠੀਕ ਹੈ, ਜਰਮਨੀ ਦੇ ਵੱਲ ਜੋ ਸੈਕਿੰਡ ਵਰਲਡ ਵਾਰ ਦੇ ਵਿੱਚ ਇਟਲੀ ਨੇ ਕਦੋਂ ਐਂਟਰੀ ਕੀਤੀ, ਕਦੋਂ ਪ੍ਰਵੇਸ਼ ਕੀਤਾ? ਤਾਂ ਅਸੀਂ ਕਰ ਚੁੱਕੇ ਹਾਂ ਉੱਪਰ ਐਕਸਪਲੇਨੇਸ਼ਨ ਦੇ ਵਿੱਚ ਕਿ 10 ਜੂਨ 1940 ਈਸਵੀ ਨੂੰ ਇਟਲੀ ਜੋ ਸੀ ਉਹ ਸੈਕਿੰਡ ਵਰਲਡ ਵਾਰ ਦੇ ਵਿੱਚ ਸ਼ਾਮਲ ਹੋ ਗਿਆ ਸੀ ਜਰਮਨੀ ਦੇ ਵੱਲੋਂ। ਠੀਕ ਹੈ, ਸੋ ਇਹ ਧੁਰੀ ਦੇਸ਼ ਸੀ, ਜਰਮਨੀ ਦੇ ਵੱਲੋਂ ਇਟਲੀ ਆਇਆ ਸੀ ਪਰ ਉਸਨੂੰ ਵੀ ਆਤਮ ਸਮਰਪਣ ਕਰਨਾ ਪਿਆ ਸੀ। ਨੈਕਸਟ ਹੈ ਅਮਰੀਕਾ ਕਦੋਂ ਸ਼ਾਮਲ ਹੋਇਆ ਦੂਜੇ ਵਿਸ਼ਵ ਯੁੱਧ ਦੇ ਵਿੱਚ? ਤਾਂ 8 ਸਤੰਬਰ 1941 ਈਸਵੀ ਨੂੰ। ਠੀਕ ਹੈ, 8 ਸਤੰਬਰ 1941 ਈਸਵੀ ਨੂੰ। ਨੈਕਸਟ ਹੈ ਦੂਜਾ ਜੋ ਵਿਸ਼ਵ ਯੁੱਧ ਹੋਇਆ ਉਸ ਦੇ ਵਿੱਚ ਅਮਰੀਕਾ ਦਾ ਰਾਸ਼ਟਰਪਤੀ ਉਸ ਵੇਲੇ ਕੌਣ ਸੀ? ਤਾਂ ਫਰੈਂਕਲਿਨ ਡੀ ਰੂਜ਼ਵੈਲਟ ਦੀ ਆਪਾਂ ਗੱਲ ਕੀਤੀ। ਉਸਨੇ ਜੋ ਸੀ ਸਾਡਾ ਸੰਯੁਕਤ ਰਾਸ਼ਟਰ ਦੀ ਸਥਾਪਨਾ ਜੋ ਹੋਈ 24 ਅਕਤੂਬਰ 1945 ਨੂੰ, ਉਸ ਦਾ ਵਿਚਾਰ ਵੀ ਕਿਹਨੇ ਦਿੱਤਾ ਸੀ? ਤਾਂ ਫਰੈਂਕਲਿਨ ਡੀ ਰੂਜ਼ਵੈਲਟ ਨੇ। ਠੀਕ ਹੈ, ਇਸ ਸਮੇਂ ਜੋ ਸੈਕਿੰਡ ਵਰਲਡ ਵਾਰ ਸੀ ਤਾਂ ਇੰਗਲੈਂਡ ਦਾ ਪ੍ਰਧਾਨ ਮੰਤਰੀ ਕੌਣ ਸੀ? ਤਾਂ ਵਿੰਸਟਨ ਚਰਚਿਲ ਇਸ ਸਮੇਂ ਜੋ ਸੀ ਪ੍ਰਧਾਨ ਮੰਤਰੀ ਸੀ। ਠੀਕ ਹੈ, ਨੈਕਸਟ ਹੈ ਕਿਹੜੀ ਸੰਧੀ ਨੂੰ ਆਪਾਂ ਆਰੋਪਿਤ ਸੰਧੀ, ਥੋਪੀ ਗਈ ਸੰਧੀ ਦੇ ਨਾਮ ਨਾਲ ਜਾਣ ਸਕਦੇ ਹਾਂ? ਤਾਂ ਵਰਸਾਏ ਦੀ ਸੰਧੀ ਸੀ ਜੋ ਥੋਪੀ ਗਈ ਸੰਧੀ ਸੀ। ਠੀਕ ਹੈ, ਜਰਮਨੀ ਦੇ ਵਿੱਚ ਜੋ ਸੀ ਇਸ 'ਤੇ ਥੋਪੀ ਗਈ ਸੀ। ਜਰਮਨੀ 'ਤੇ ਰੋਕਾਂ ਲਗਾਈਆਂ ਗਈਆਂ ਸੀ, ਸੈਨਾ ਨਹੀਂ ਰੱਖ ਸਕਦੇ। ਠੀਕ ਹੈ, ਉਹ ਕਿਸੇ ਤਰ੍ਹਾਂ ਦਾ ਜੰਗੀ ਜਹਾਜ਼ ਨਹੀਂ ਰੱਖ ਸਕਦੇ, ਇੰਨਾ ਜੁਰਮਾਨਾ ਹੈ ਉਸ 'ਤੇ। ਠੀਕ ਹੈ, ਸੋ ਇੱਕ ਤਰ੍ਹਾਂ ਦੀ ਇਹ ਥੋਪੀ ਗਈ ਸੰਧੀ ਸੀ। ਕਿਹੜੀ ਸੀ? ਤਾਂ ਵਰਸਾਏ ਦੀ ਸੰਧੀ। ਠੀਕ ਹੈ, ਨੈਕਸਟ ਹੈ ਦੂਜਾ ਵਿਸ਼ਵ ਯੁੱਧ, ਉਹਦੇ ਵਿੱਚ ਜਰਮਨੀ ਦੀ ਹਾਰ ਦਾ ਜੋ ਸੀ ਉਹ ਜਿੰਮਾ ਕਿਸ 'ਤੇ ਜਾਂਦਾ ਹੈ? ਜੋ ਜਰਮਨੀ ਹਾਰਿਆ ਨਾ ਦੂਜੇ ਵਿਸ਼ਵ ਯੁੱਧ ਦੇ ਵਿੱਚ ਤਾਂ ਜ਼ਿੰਮੇਵਾਰ ਕਿਸ ਨੂੰ ਠਹਿਰਾਇਆ ਜਾਂਦਾ ਹੈ? ਤਾਂ ਰੂਸ ਨੂੰ। ਠੀਕ ਹੈ, ਰੂਸ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ ਕਿਉਂਕਿ ਹਿਟਲਰ ਜੋ ਸੀ ਨਾ ਉਸਨੇ ਬਾਲਕਨ ਵੱਲ ਜੋ ਜਗ੍ਹਾ ਸੀ ਉਸਦੇ ਵੱਲ ਪ੍ਰਭਾਵ ਵਧਾਉਣ ਦੇ ਯਤਨ ਕੀਤੇ। ਰੂਸ ਸਹਾਰ ਨਾ ਸਕਿਆ, ਬਿਨਾਂ ਯੁੱਧ ਘੋਸ਼ਣਾ ਦੇ ਉਸਨੇ 21 ਜੂਨ 1941 ਨੂੰ 3 ਪਾਸਿਆਂ 'ਤੇ ਹਮਲਾ ਕਰ ਦਿੱਤਾ। ਠੀਕ ਹੈ, ਪਹਿਲੇ 4 ਮਹੀਨੇ ਤਾਂ ਜੋ ਸੀ ਜਰਮਨੀ ਨੂੰ ਸਫਲਤਾ ਮਿਲੀ, ਫਿਰ ਜਦੋਂ ਰੂਸ ਦੀ ਲਾਲ ਸੈਨਾ ਆ ਜਾਂਦੀ ਹੈ ਜਰਮਨੀ ਸੈਨਾ ਦਾ ਪਿੱਛਾ ਕਰਦੀ ਹੈ ਤਾਂ ਬਾਅਦ ਵਿੱਚ ਉਹ ਪਿੱਛਾ ਕਰਦੀ ਜਨਵਰੀ
44 तक पूर्वी पोलैंड तक पहुँच जाती है। ठीक है, उस तो बाद जो सी ना तो उस तो बाद जर्मनी जो सी हौली हौली हेठां स्थिति वाल जांदा चल जाता है। ठीक है, नैक्सट आप गल करते हैं अमरीका ने जापान ते एटम बंब का इस्तेमाल कदों किया। ठीक है, अमरीका ने जापान ते एटम बंब का इस्तेमाल कदों किया तो 6 अगस्त 1945 ईस्वी नूं। ठीक है, जापान ने किहड़े शहरां ते एटम बंब सिटिया? हिरोशिमा ते नागासाकी दे उत्ते। ठीक है, अगे है नैक्सट क्वेश्चन, दूजे विश्व युद्ध दे विच मित्र राष्ट्रां दे द्वारा जो हारन वाले जो एंड ते देश किहड़ा सी? आपां एंड की गल की अमरीका दे विच ते जापान दे विच होया। ठीक है, सो अंत दे विच किस दा नाम आ जाएगा? जापान दा। ठीक है, नैक्सट है अंतरराष्ट्रीय खेत्र दे विच दूजे विश्व युद्ध का सब तो वड्डा योगदान आपां इफैक्ट दे विच कीता, योगदान की रहा, प्रभाव की रहा पुछ लिया जाए तो साडे संयुक्त राष्ट्र संघ की स्थापना हुई। मेन इंपॉर्टेंट ये योगदान रहा सैकेंड वर्ल्ड वॉर का, क्योंकि इसने शांति स्थापित करने के लिए ये जो साडे सामने आया संयुक्त राष्ट्र संघ, इस तो बाद किसी तरह का भी युद्ध जो नहीं होया अजे तक तो नहीं होया फिलहाल, तो इसने मेन इंपॉर्टेंट योगदान सो इसका रहा सीगा जो 24 अक्तूबर नोट कर सकते हो 24 अक्तूबर 1945 ईस्वी ये जो सी इसकी स्थापना हो गई सी। ठीक है, सो अमरीका की पहल ते। ठीक है, सो ये सी वन लाइनर कुछ क्वेश्चन जिस दे नाल तुहाडी जो सी वधिया एक रिवीजन भी हो जाती है। ठीक है, एग्जाम रैलेवेंट सारे क्वेश्चन क्लीयर हो जाते हैं। सो फ्रेंड्स आई होप तुहानू सैकेंड वर्ल्ड वॉर ते फर्स्ट वर्ल्ड वॉर चंगी तरह कवर हो चुकियां होणगियां। एग्जाम रैलेवेंट जेकर इस दे विचों कोई भी तुहानू क्वेश्चन आ जाता है तो आई होप तुहानू कोई भी किसी तरह का भी इस दे विच डाउट नहीं होएगा। सो फ्रेंड्स जेकर तुहानू वीडियो वधिया लगी सारिਆਂ ने लाइक शेयर कमेंट करके जरूर दसना है। ठीक है, तो जो नैक्सट वीडियो भी होर भी ज़्यादा मोटिवेशन के नाल हार्ड वर्क के नाल तुहाडे लई बनाई जा सके। सो थैंक यू फॉर वॉचिंग माई वीडियो फ्रेंड्स, थैंक यू।